पई अकाल की, तब चलायो पंथ, सब सिखन को हुक्म है, गुरु मानियो। सिख विरसा, सिख विरसा जान है साडी, इस ਨੂੰ ਸਾਰੇ ਪਿਆਰ ਕਰੋ। ਗੁਰੂਆਂ ਅਤੇ ਸ਼ਹੀਦਾਂ ਦਾ ਤੁਸੀਂ ਸਾਰੇ ਹੀ ਸਤਿਕਾਰ ਕਰੋ। सब तेरी वड्याई कोई ना हो ना जाने मेरा। आदि गुरु नमः, जुगाद गुरु नमः, ओ सतगुरु नमः, श्री गुरुदेव FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਸਰਬਜੀਤ ਸਿੰਘ। ਆਓ ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਤਵਾਰ ਦਾ ਦਿਹਾੜਾ ਹੈ ਤੇ 8 ਮੱਘਰ ਸੰਮਤ 552 ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਤੇ 22 ਨਵੰਬਰ 2020 ਅੰਗਰੇਜ਼ੀ ਕੈਲੰਡਰ ਦੇ ਹਿਸਾਬ ਦੇ ਨਾਲ ਅੱਜ ਦਾ ਸਿੱਖ ਵਿਰਸਾ ਪ੍ਰੋਗਰਾਮ ਲੈ ਕੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ, ਜਿੱਥੋਂ ਆਪ ਜੀ ਸਿੱਧਾ ਪ੍ਰਸਾਦ ਸਰਵਨ ਕਰੋਗੇ। ਆਓ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਚੱਲਦੇ ਹਾਂ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ। ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਤਿਠੈ ਮਿਲ ਹੈ
गुर अमरदास डिठे मिले जाल पा पदारथ इतड़े जाल पा पदारथ इतड़े एक बिन दुगण जा तो रहे जा सुमंतर मानवै लहै एक बिन दुगण जा तो रहे जा सुमंतर मानवै जाल पा पदारथ इतड़े गुर अमरदास डिठे मिलहै जाल पा पदारथ इतड़े गुर अमरदास डिठे गुर अमरदास डिठे मिलहै गुर अमरदास डिठे मिलहै जाल पा पदारथ इतड़े जाल पा पदारथ इतड़े जाल पा पदारथ इतड़े गुर अमरदास परसिए पहुं पातक विनाश है गुर अमरदास परसिए पहुं पातक विनाश है गुर अमरदास परसिए सिद्ध साधक असास है सिद्ध साधक असास है सिद्ध साधक असास है जाल पा पदारथ इतड़े जाल पा पदारथ इतड़े जाल पा पदारथ इतड़े जाल पा पदारथ इतड़े गुर अमरदास डिठे मिलहै गुर अमरदास डिठे मिलहै जाल पा पदारथ इतड़े जाल पा पदारथ इतड़े गुर अमरदास परसिए ध्यान लहिए पौ मुक है गुर अमरदास परसिए ध्यान
ਗੁਰ ਅਮਰਦਾਸ ਪਰਸੀਐ ਆਪੋ ਲਭੈ ਦੋ ਚੁਕੈ ਹੈ ਗੁਰ ਅਮਰਦਾਸ ਪਰਸੀਐ ਆਪੋ ਲਭੈ ਦੋ ਚੁਕੈ ਆਪੋ ਲਭੈ ਦੋ ਚੁਕੈ ਆਪੋ ਲਭੈ ਦੋ ਚੁਕੈ ਜਾਲ ਪਾ ਪਦਾਰਥ ਇਤਰੇ ਜਾਲ ਪਾ ਪਦਾਰਥ ਇਤਰੇ ਗੁਰ ਅਮਰਦਾਸ ਤਿੱਥੈ ਮਿਲਹਿ ਗੁਰ ਅਮਰਦਾਸ ਤਿੱਥੈ ਮਿਲਹਿ ਜਾਲ ਪਾ ਪਦਾਰਥ ਇਤਰੇ ਜਾਲ ਪਾ ਪਦਾਰਥ ਇਤਰੇ ਇੱਕ ਬਿਨ ਦੁਗਣ ਜਾ ਤੋ ਰਹੈ ਜਾ ਸਮੰਤਰ ਮਾਨਵੈ ਲਹੈ ਇੱਕ ਬਿਨ ਦੁਗਣ ਜਾ ਤੋ ਰਹੈ ਜਾ ਸਮੰਤਰ ਮਾਨਵੈ ਲਹੈ ਜਾਲ ਪਾ ਪਦਾਰਥ ਇਤਰੇ ਗੁਰ ਅਮਰਦਾਸ ਤਿੱਥੈ ਮਿਲਹਿ ਜਾਲ ਪਾ ਪਦਾਰਥ ਇਤਰੇ ਗੁਰ ਅਮਰਦਾਸ ਤਿੱਥੈ ਮਿਲਹਿ ਗੁਰ ਅਮਰਦਾਸ ਤਿੱਥੈ ਮਿਲਹਿ ਗੁਰ ਅਮਰਦਾਸ ਤਿੱਥੈ ਮਿਲਹਿ ਜਾਲ ਪਾ ਪਦਾਰਥ ਇਤਰੇ ਜਾਲ ਪਾ ਪਦਾਰਥ ਇਤਰੇ ਜਾਲ ਪਾ ਪਦਾਰਥ ਇਤਰੇ ਜਾਲ ਪਾ ਪਦਾਰਥ ਇਤੜੇ ਹੁਣੇ ਅਸੀਂ ਸੁਣ ਰਹੇ ਸੀ ਸਿੱਧਾ ਪ੍ਰਸਾਰਣ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਤੋਂ। ਆਓ ਚੱਲਦੇ ਹਾਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਬਖਸ਼ਿਸ਼ ਕੀਤੇ ਗਏ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਣ ਕਰਦੇ ਹਾਂ। ਇਹ ਹੁਕਮਨਾਮਾ ਸੱਚੇ ਪਾਤਸ਼ਾਹ ਨੇ ਸਾਨੂੰ ਦਰਬਾਰ ਸਾਹਿਬ ਵਿਖੇ ਅੱਜ ਸੁਬਾਹ ਬਖਸ਼ਿਸ਼ ਕੀਤਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚਾ ਸ਼ਬਦ ਸਮਾਹੇ। ਜਿਨ ਕਉ ਸਤਿਗੁਰ ਭੇਟਿਆ ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚਾ ਸ਼ਬਦ ਸਮਾਹੇ। ਕੋ
ਤੁਲ ਉਧਾਰ ਹੀ ਆਪਣਾ। ਮੋਖ ਪਦਵੀ ਆਪੇ ਪਾਹੇ। ਪਾਰ ਬ੍ਰਹਮ ਤਿਨ ਕਉ ਸੰਤੁਸ਼ਟ ਭਇਆ। ਜੋ ਗੁਰ ਚਰਨੀ ਜਨ ਪਾਹੇ। ਜਨ ਨਾਨਕ ਹਰਿ ਕਾ ਦਾਸ ਹੈ। ਕਰ ਕਿਰਪਾ ਹਰਿ ਲਾਜ ਰਖਾਹੇ। ਮਹਲਾ ਤੀਜਾ। ਹਉਮੈ ਅੰਦਰ ਖੜਕ ਹੈ। ਖੜਕੇ ਖੜਕ ਵਿਹਾਏ। ਹਉਮੈ ਵੱਡਾ ਰੋਗ ਹੈ। ਮਰ ਜੰਮਹਿ ਮਰ ਜੰਮੈ ਆਵੈ ਜਾਏ। ਜਿਨ ਕਉ ਪੂਰਬ ਲਿਖਿਆ। ਤਿਨਾ ਸਤਿਗੁਰ ਮਿਲਿਆ ਪ੍ਰਭ ਆਏ। ਨਾਨਕ ਗੁਰ ਪ੍ਰਸਾਦੀ ਉਬਰੇ। ਹਉਮੈ ਸ਼ਬਦ ਜਲਾਏ। ਪੌੜੀ। ਹਰ ਨਾਮ ਹਮਾਰਾ ਪ੍ਰਭ ਅਵਗਤ ਅਗੋਚਰ। ਅਵਨਾਸੀ ਪੁਰਖ ਵਿਧਾਤਾ। ਹਰ ਨਾਮ ਹਮ ਸੇਵਹਿ। ਹਰ ਨਾਮ ਹਮ ਪੂਜਹਿ। ਹਰ ਨਾਮੇ ਹੀ ਮਨ ਰਤਾ। ਹਰ ਨਾਮੈ ਜੀਵੜ ਕੋਈ ਅਵਰ ਨ ਸੂਝੈ। ਹਰ ਨਾਮੋ ਅੰਤ ਛਡਾਤਾ। ਹਰ ਨਾਮ ਦਿਆ ਗੁਰ ਪਰ ਉਪਕਾਰੀ। ਧਨ ਧਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਹਰ ਨਾਮ ਦਿਆ ਗੁਰ ਪਰ ਉਪਕਾਰੀ। ਧਨ ਧਨ ਗੁਰੂ ਕਾ ਪਿਤਾ ਮਾਤਾ। ਹਉ ਸਤਿਗੁਰ ਆਪਣੇ ਕਉ ਸਦਾ ਨਮਸਕਾਰੀ। ਜਿਤ ਮਿਲਿਆ ਹਰ ਨਾਮ ਮੈਂ ਜਾਤਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਮਹੱਲਾ ਤੀਜਾ। ਜਿਨ ਕਉ ਸਤਿਗੁਰ ਭੇਟਿਆ। ਸੇ ਹਰ ਕੀਰਤ ਸਦਾ ਕਮਾਹੇ। ਅਚਿੰਤ ਹਰ ਨਾਮ ਤਿਨ ਕੈ ਮਨ ਵਸਿਆ। ਸੱਚਾ ਸ਼ਬਦ ਸਮਾਹੇ। ਵਡਹੰਸ ਕੀ ਵਾਰ
ਸ਼ਲੋਕਾਂ ਸਮੇਤ ਪੌੜੀ 16ਵੀਂ। ਹੁਣੇ ਅਸੀਂ ਅੱਜ ਦੇ ਹੁਕਮਨਾਮੇ ਦੀ ਰਿਕਾਰਡਿੰਗ ਸਰਵਨ ਕੀਤੀ ਹੈ। ਅੱਜ ਦਾ ਹੁਕਮਨਾਮਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਇਹ ਸ਼ਬਦ ਹੈ ਤੇ ਆਓ ਇਸ ਦੀ ਪੰਜਾਬੀ ਵਿਆਖਿਆ ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਦੇ ਵੈਬਸਾਈਟ ਤੋਂ ਆਪ ਜੀ ਦੇ ਨਾਲ ਸਾਂਝੀ ਕਰਦੇ ਹਾਂ। ਅੱਜ ਦਾ ਹੁਕਮਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 592 ਅੰਗ ਤੇ ਸੁਸ਼ੋਭਿਤ ਹੈ। ਪੰਜਾਬੀ ਵਿਆਖਿਆ ਇਸ ਤਰ੍ਹਾਂ ਪ੍ਰਕਾਸ਼ਿਤ ਕੀਤੀ ਗਈ ਹੈ। ਸ਼ਲੋਕ ਮਹੱਲਾ ਤੀਜਾ। ਜਿਨ੍ਹਾਂ ਨੂੰ ਸਤਿਗੁਰੂ ਮਿਲਿਆ ਹੈ ਉਹ ਸਦਾ ਹਰੀ ਦੀ ਸਿਫਤ ਸਲਾਹ ਕਰਦੇ ਹਨ। ਚਿੰਤਾ ਤੋਂ ਰਹਿਤ ਕਰਨ ਵਾਲੇ ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਆ ਵਸਦਾ ਹੈ ਤੇ ਸਤਿਗੁਰੂ ਦੇ ਸੱਚੇ ਸ਼ਬਦ ਵਿੱਚ ਉਹ ਲੀਨ ਰਹਿੰਦੇ ਨੇ। ਉਹ ਮਨੁੱਖ ਆਪਣੀ ਕੁੱਲ ਨੂੰ ਤਾਰ ਲੈਂਦੇ ਨੇ ਤੇ ਆਪ ਵੀ ਮੁਕਤੀ ਦਾ ਦਰਜਾ ਹਾਸਲ ਕਰ ਲੈਂਦੇ ਨੇ। ਜੋ ਮਨੁੱਖ ਸਤਿਗੁਰੂ ਜੀ ਦੀ ਚਰਨੀ ਲੱਗਦੇ ਨੇ ਉਹਨਾਂ ਤੇ ਪ੍ਰਮਾਤਮਾ ਪ੍ਰਸੰਨ ਹੋ ਜਾਂਦਾ ਹੈ। ਦਾਸ ਨਾਨਕ ਵੀ ਉਸ ਹਰੀ ਦਾ ਦਾਸ ਹੈ। ਹਰੀ ਮਿਹਰ ਕਰਕੇ ਆਪਣੇ ਦਾਸ ਦੀ ਲਾਜ ਰੱਖਦਾ ਹੈ। ਅਹੰਕਾਰ ਦੇ ਵਿੱਚ ਰਿਹਾ ਮਨੁੱਖ ਦੇ ਮਨ ਵਿੱਚ ਅਸ਼ਾਂਤੀ ਬਣੀ ਰਹਿੰਦੀ ਹੈ ਤੇ ਉਸ ਦੀ ਉਮਰ ਇਸ ਅਸ਼ਾਂਤੀ ਦੇ ਵਿੱਚ ਹੀ ਗੁਜ਼ਰ ਜਾਂਦੀ ਹੈ। ਅਹੰਕਾਰ ਮਨੁੱਖ ਲਈ ਇੱਕ ਤਕੜਾ ਰੋਗ ਹੈ। ਇਸ ਰੋਗ ਵਿੱਚ ਹੀ ਮਨੁੱਖ ਮਰਦਾ ਹੈ, ਜੰਮਦਾ ਹੈ, ਆਉਂਦਾ ਹੈ, ਫਿਰ ਜਾਂਦਾ ਹੈ। ਭਾਵ ਕਿ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮੁੱਢ ਤੋਂ ਹੀ ਕੀਤੇ ਕਰਮਾਂ ਦਾ ਸੰਸਕਾਰ ਰੂਪਲੇਖ ਉਕਰਿਆ ਹੋਇਆ ਹੈ ਉਹਨਾਂ ਨੂੰ ਸਤਿਗੁਰੂ ਮਿਲਦਾ ਹੈ ਤੇ ਸਤਿਗੁਰੂ ਦੇ ਮਿਲਿਆਂ ਪਰਮਾਤਮਾ ਮਿਲਦਾ ਹੈ। ਹੇ ਨਾਨਕ, ਉਹ ਮਨੁੱਖ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰਕੇ ਸਤਿਗੁਰੂ ਦੀ ਕਿਰਪਾ ਦੇ ਨਾਲ ਹਉਮੈ ਰੋਗ ਤੋਂ ਬਚ ਜਾਂਦੇ ਨੇ। ਜੋ ਹਰੀ ਅਦ੍ਰਿਸ਼ਟ ਹੈ, ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਨਾਸ ਤੋਂ ਰਹਿਤ ਹੈ, ਹਰ ਥਾਂ ਵਿਆਪਕ ਹੈ ਤੇ ਸਿਰਜਣਹਾਰ ਹੈ, ਉਸ ਦਾ ਨਾਮ ਸਾਡਾ ਰਾਖਾ ਹੈ। ਅਸੀਂ ਉਸ ਹਰੀ ਨਾਮ ਨੂੰ ਸੇਵਦੇ ਹਾਂ, ਨਾਮ ਨੂੰ ਪੂਜਦੇ ਹਾਂ। ਨਾਮ ਵਿੱਚ ਹੀ ਸਾਡਾ ਮਨ ਰੱਤਾ ਹੋਇਆ ਹੈ। ਹਰੀ ਦੇ ਨਾਮ ਜਿਹੜਾ ਮੈਨੂੰ ਹੋਰ ਕੁਝ ਨਹੀਂ ਸੁਝਦਾ। ਨਾਮ ਹੀ ਅਖੀਰ ਵੇਲੇ ਛਡਾਉਂਦਾ ਹੈ। ਧੰਨ ਹੈ ਉਹ ਪਰਉਪਕਾਰੀ ਸਤਿਗੁਰੂ ਦਾ ਮਾਂ ਪਿਓ ਜਿਸ ਗੁਰੂ ਨੇ ਸਾਨੂੰ ਨਾਮ ਬਖਸ਼ਿਆ ਹੈ। ਮੈਂ ਆਪਣੇ ਸਤਿਗੁਰੂ ਨੂੰ ਸਦਾ ਨਮਸਕਾਰ ਕਰਦਾ ਹਾਂ ਜਿਸ ਦੇ ਮਿਲਣ ਤੇ ਮੈਨੂੰ ਹਰੀ ਦੇ ਨਾਮ ਦੀ ਸਮਝ ਪਈ। ਇਹ ਤੁਸੀਂ ਅੱਜ ਦੇ ਹੁਕਮਨਾਮੇ ਦੀ ਪੰਜਾਬੀ ਵਿਆਖਿਆ। ਆਓ ਇੱਕ ਸ਼ਬਦ ਸਰਵਨ ਕਰਦੇ ਹਾਂ ਤੇ ਉਸ ਤੋਂ ਬਾਅਦ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਆਪ ਜੀ ਦੇ ਨਾਲ ਸਾਂਝੀ ਕਰਾਂਗੇ। ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਰਸਨਾ ਗੁਣ ਗੋਪਾਲ ਨਿਤ ਗਾਇਣ ਗੁਣ ਗੋਪਾਲ ਨਿਤ ਗਾਇਣ ਰਸਨਾ ਗੁਣ ਗੋਪਾਲ ਨਿਤ
ਗੋਪਾਲ ਨਿਤ ਗਾਇਣ ਸਾਤ ਸਹਿਜ ਰਹਿਸ ਮਨ ਉਪਜਿਓ ਸਗਲੇ ਦੁਖ ਬਲਾਇਣ ਸਗਲੇ ਦੁਖ ਬਲਾਇਣ ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸਾਇਣ ਸੇਵ ਹਰ ਕੇ ਚਰਨ ਰਸਾਇਣ ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਅਬਨਾਸੀ ਖੇਮ ਚਾਹੇ ਜੈ ਨਾਨਕ ਅਬਨਾਸੀ ਖੇਮ ਚਾਹੇ ਜੈ ਨਾਨਕ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਸਦਾ ਸਿਮਰ ਨਾਰਾਇਣ ਜਨਮ ਮਰਨ ਦੁਹੂ ਤੈ ਛੂਟੈ ਭਵ ਜਲ ਜਗਤ ਨਾਰਾਇਣ ਜਨਮ ਮਰਨ ਦੁਹੂ ਤੈ ਛੂਟੈ ਭਵ ਜਲ ਜਗਤ ਨਾਰਾਇਣ ਜਨਮ ਮਰਨ ਦੁਹੂ ਤੈ ਛੂਟ ਹੈ ਭਵ ਜਲ ਜਗਤ ਨਾਰਾਇਣ ਭਵ ਜਲ ਜਗਤ ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ ਅਬਨਾਸੀ ਖੇਮ ਚਾਹੇ ਜੇ ਨਾਨਕ ਅਬਨਾਸੀ ਖੇਮ ਚਾਹੇ ਜੇ ਨਾਨਕ ਅਬਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ 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 ਸਦਾ ਸਿਮਰ ਨਾਰਾਇਣ
विचारो दास गोविंद नारायण। खोजत खोजत तत् विचारो दास गोविंद नारायण। अब ना सीखेम चाहे जय नानक, अब ना सीखेम चाहे जय नानक, सदा सिमर नारायण, सदा सिमर नारायण, सदा सिमर नारायण। नारायण नारायण नारायण, सदा सिमर नारायण, सदा सिमर नारायण। अब ना सीखे चाहे जे नानक, अब ना सीखे चाहे जे नानक, अब ना सीखे चाहे जे नानक, सदा सिमर नारायण। अब ना सीखे चाहे जे नानक, सदा सिमर नारायण, सदा सिमर नारायण। नारायण नारायण नारायण, सदा सिमर नारायण, सदा सिमर नारायण। नारायण नारायण नारायण, सदा सिमर नारायण, सदा सिमर नारायण। नारायण नारायण नारायण, सदा सिमर नारायण, सदा सिमर नारायण, सदा ਹਾਂਜੀ, ਇਹ ਸਨ ਭਾਈ ਜਸਵੀਰ ਸਿੰਘ ਜੀ ਤੇ ਉਹਨਾਂ ਦਾ ਜਥਾ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਇਹ ਸ਼ਬਦ ਸਰਵਣ ਕੀਤਾ ਹੈ। ਤੇ ਆਓ ਚੱਲਦੇ ਹਾਂ ਹੁਣ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ ਵੱਲ, ਜਿਹੜੀ ਕਿ ਧੰਨਵਾਦ ਸਹਿਤ ਅਸੀਂ ਪ੍ਰਾਪਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੈਬਸਾਈਟ ਤੋਂ। ਸ਼ਲੋਕ ਥਰਡ ਮਹਿਲ। Those who meet the true Guru ever sing the kirtan of the Lord's praises. The Lord's name naturally fills their minds, and they are absorbed in the Shabd, the word of the true Lord. They redeem their generations, and they themselves obtain the state of liberation. The Supreme Lord God is pleased with those who fall at the Guru's feet. Servant Nanak is the Lord's slave. By the grace, the Lord preserves his honor. Third Mail. In egotism, one is assailed by fear. He passes his life totally troubled by fear. Egotism is such a terrible disease. He dies to be reincarnated. He continues coming and going. Those who have such preordained destiny meet with the true Guru, God incarnate. O Nanak, by the Guru's grace, they are redeemed. Their egos are burnt away through the word of the Shabad. Howdy. The Lord's name is my immortal, unformable, imperishable Creator Lord, the architect of destiny. I serve the Lord's name. I worship the Lord's name, and my soul is imbued with the Lord's name. I know of no other as great as Lord's name. The Lord's name shall deliver me in the end.
The generous Guru has given me the Lord's name. Blessed, blessed are the Guru's mother and father. I ever bow in humble reverence to my true Guru. Meeting him, I have come to know the Lord's name. ਇਹ ਸੀ ਅੱਜ ਦੇ ਹੁਕਮਨਾਮੇ ਦੀ ਇੰਗਲਿਸ਼ ਟਰਾਂਸਲੇਸ਼ਨ। ਅੱਜ ਦਾ ਹੁਕਮਨਾਮਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ 592 ਅੰਕ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਬਦ ਹੈ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਸਰਵਣ ਕਰਦੇ ਹਾਂ। ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਜੀਵਨ ਪਦ ਨਿਰਵਾਣ ਏਕੋ ਸਿਮਰਿਐ, ਜੀਵਨ ਪਦ ਨਿਰਵਾਣ ਏਕੋ ਸਿਮਰਿਐ, ਦੂਜੀ ਨਾਹੀ ਜਾਏ ਕਿਨ ਬਿਦ ਤੀਰਿਐ, ਦੂਜੀ ਨਾਹੀ ਜਾਏ ਕਿਨ ਬਿਦ ਤੀਰਿਐ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਰੰਗ ਰੂਪ ਰਸ ਬਾਧ ਕੇ ਕਰੇ ਪ੍ਰਾਣੀਆਂ, ਰੰਗ ਰੂਪ ਰਸ ਬਾਧ ਕੇ ਕਰੇ ਪ੍ਰਾਣੀਆਂ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ, ਜਿਸ ਭੁਲਾਏ ਆਪ ਤਿਸ ਕਲ ਨਹੀਂ ਜਾਣੀਆਂ, ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੇ ਕੋਏ ਜਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ,
ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਰੰਗ ਰਤੇ ਨਿਰਵਾਣ ਸੱਚਾ ਗਾਵਹੀ, ਰੰਗ ਰਤੇ ਨਿਰਵਾਣ ਸੱਚਾ ਗਾਵਹੀ। ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ, ਨਾਨਕ ਸ਼ਰਨ ਦੁਆਰ ਜੇ ਤੁਧ ਪਾਵਹੀ। ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਤਨ ਤਨ ਹੋਸੀ ਚਾਰ, ਤਨ ਤਨ ਹੋਸੀ ਚਾਰ, ਜਾਣੈ ਕੋਇ ਜਨ। ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ, ਡਿਠਾ ਸਭ ਸੰਸਾਰ ਸੁਖ ਨਾਮ ਬਿਨ। ਵਾਹਿਗੁਰੂ। ਹਾਂਜੀ, ਇਹ ਆਵਾਜ਼ ਸੀ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਦੀ, ਤੇ ਬਹੁਤ ਹੀ ਪਿਆਰਾ ਸੰਦੇਸ਼ ਕਿ ਕਿਸ ਤਰ੍ਹਾਂ ਇਹ ਤਨ ਤੇ ਧਨ ਜਿਹੜਾ ਹੈ ਉਹ ਸ਼ਾਰ ਹੋ ਜਾਂਦਾ ਹੈ ਇਨਸਾਨ ਦੇ ਦੇਖਦੇ ਦੇਖਦੇ ਹੀ, ਤੇ ਕੋਈ ਬਿਰਲੇ ਹੀ ਇਸ ਚੀਜ਼ ਨੂੰ ਅਸੀਂ ਸਮਝਦੇ ਹਾਂ, ਨਹੀਂ ਤਾਂ ਸਾਡੀ ਪਕੜ ਜਿਹੜੀ ਹੈ ਜਿਉਂ-ਜਿਉਂ ਉਮਰ ਵੱਧਦੀ ਹੈ ਸਗੋਂ ਪਕੜ ਜਿਹੜੀ ਹੈ ਇਸ ਧਨ ਤੇ ਤਨ ਦੇ ਨਾਲ ਹੋਰ ਵੱਧਦੀ ਹੈ। ਤੇ ਵਾਹਿਗੁਰੂ ਸਾਡੇ ਤੇ ਕਿਰਪਾ ਕਰੇ, ਜਿਹੜਾ ਗੁਰਬਾਣੀ ਦਾ ਸੰਦੇਸ਼ ਹੈ ਸਾਡੇ ਹਿਰਦੇ ਦੇ ਵਿੱਚ ਵਸੇ, ਤੇ ਅਸੀਂ ਜਿਸ ਮਕਸਦ ਲਈ ਇਸ ਦੁਨੀਆ ਤੇ ਆਏ ਹਾਂ ਉਹ ਮਕਸਦ ਅਸੀਂ ਪੂਰਾ ਕਰ ਸਕੀਏ। ਤੇ ਆਓ ਚੱਲਦੇ ਹਾਂ ਹੁਣ ਅਸੀਂ ਜਿਹੜੇ ਕੁਝ ਵਿਚਾਰ ਕੁਝ ਹਫ਼ਤੇ ਪਹਿਲਾਂ ਸ਼ੁਰੂ ਕੀਤੇ ਸਨ। ਸਾਡੇ ਵਿਚਾਰ ਅਰਥਾਤ ਖਿਆਲ ਸ਼ਕਤੀ, ਕੁਝ ਜਿਹੜੇ ਕਿਤਾਬਚੇ ਦੇ ਵਿੱਚੋਂ ਇਸ ਦੇ ਵਿੱਚੋਂ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਲਿਖੇ ਹੋਏ ਸ਼ਬਦ ਆਪ ਜੀ ਦੇ ਨਾਲ ਸਾਂਝੇ ਕੀਤੇ ਸਨ। ਇਸ ਕਿਤਾਬ ਦੇ ਵਿੱਚ ਉਹਨਾਂ ਨੇ ਖਾਸ ਗੱਲ ਸਾਨੂੰ ਇਹ ਦੱਸੀ ਹੈ ਕਿ ਜਿੱਦਾਂ ਦੇ ਸਾਡੇ ਵਿਚਾਰ ਹੁੰਦੇ ਨੇ ਉੱਦਾਂ ਦਾ ਹੀ ਸਾਡਾ ਵਾਤਾਵਰਨ, ਉੱਦਾਂ ਦੇ ਸਾਡੇ ਹਾਲਾਤ ਬਣ ਜਾਂਦੇ ਨੇ। ਸ਼ਬਦ ਕਾਫੀ ਕਰੜੇ ਨੇ, ਪਰ ਕਿਉਂਕਿ ਇਹ ਗੁਰਬਾਣੀ ਦੇ ਉੱਤੇ ਆਧਾਰਿਤ ਨੇ, ਸਾਨੂੰ ਇਹਨਾਂ ਤੇ ਜਿਹੜਾ ਖਿਆਲ ਕਰਨਾ ਸਾਡਾ ਜਿਹੜਾ ਹੈ ਬਣਦਾ ਹੈ ਇਹਦੇ ਤੇ। ਔਰ ਜੇ ਹੋ ਸਕੇ ਤੇ ਇਹ ਜਿਹੜੇ ਹੈ ਜੋ ਕੁਝ ਸਾਨੂੰ ਦੱਸਿਆ ਗਿਆ ਹੈ, ਸਮਝਾਇਆ ਗਿਆ ਹੈ ਰਘਵੀਰ ਸਿੰਘ ਜੀ ਵੀਰ ਵੱਲੋਂ, ਗੁਰਬਾਣੀ ਦੀ ਓਟ ਲੈ ਕੇ ਸ਼ਬਦਾਂ ਦੀ, ਅਸੀਂ ਉਸ ਦੇ ਉੱਤੇ ਚੱਲਣ ਦੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਈ ਵਾਰੀ ਅਸੀਂ ਜਦੋਂ ਪੜ੍ਹਦੇ ਹਾਂ ਇਹੋ ਜਾਂ ਸੁਣਦੇ ਹਾਂ ਤੇ ਸਾਡੇ ਮਨ ਦੇ ਵਿੱਚ ਆਉਂਦਾ ਹੈ ਕਿ ਮੇਰੇ ਤਾਂ ਹੁਣ ਵਿਚਾਰ ਬੜੇ ਚੰਗੇ ਨੇ, ਪਰ ਮੈਂ ਕਿਉਂ ਦੁਖੀ ਹਾਂ? ਕਿਉਂਕਿ ਵਿਚਾਰ ਇੱਕ ਕਿਸਮ ਦਾ ਬੀਜ ਨੇ, ਬੀਜ ਦਾ ਪਤਾ ਨਹੀਂ ਕਿੰਨਾ ਚਿਰ ਲੱਗਦਾ ਹੈ ਉਸ ਨੂੰ ਉੱਗਣ ਨੂੰ। ਹੋ ਸਕਦਾ ਹੈ ਜਿਹੜੇ ਕਿ ਅਸੀਂ ਜਿਹੜੇ ਸਾਡੇ ਵਿਚਾਰ ਮਾੜੇ ਸਨ ਉਹ ਕੁਝ ਸਮਾਂ ਪਹਿਲਾਂ ਹੋਣ ਜਾਂ ਕੁਝ ਸਾਲ ਪਹਿਲਾਂ ਹੋਣ, ਕੋਈ ਪਤਾ ਨਹੀਂ। ਕੀ ਪਤਾ ਉਹਨਾਂ ਵਿਚਾਰਾਂ ਨੂੰ
ਜਿਹੜੇ ਇਹ ਬੀਜ ਸਨ ਉਹਨਾਂ ਨੂੰ ਬ੍ਰਿਕਸ਼ ਬਣਨ ਦੇ ਲਈ ਕਿੰਨਾ ਸਮਾਂ ਲੱਗਿਆ। ਅੱਜ ਦਾ ਜਿਹੜਾ ਲੇਖ ਹੈ ਉਹਨਾਂ ਦਾ ਉਹ ਹੈ ਖਿਆਲ ਤੇ ਪ੍ਰਯੋਜਨ। ਪਹਿਲਾਂ ਜਿਹੜਾ ਹੈ ਇਹ ਜਿਹੜਾ ਲੇਖ ਹੈ ਇਸ ਨੂੰ ਜਿਹੜਾ ਹੈ ਉਹ ਸ਼ੁਰੂ ਕਰਦੇ ਨੇ ਗੁਰਬਾਣੀ ਦੀਆਂ ਤੁਕਾਂ ਦੇ ਨਾਲ, ਜਿਹੜੀਆਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 236 ਅੰਗ ਤੇ ਸੁਸ਼ੋਭਿਤ ਨੇ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸਿਉ ਸੰਗ ਨਿਵਾਰੈ। 10 ਇੰਦਰੀ ਕਰ ਰਾਖੈ ਬਾਸ, ਤਾ ਕੈ ਆਤਮੈ ਹੋਏ ਪ੍ਰਗਾਸ। ਗੁਰ ਕਾ ਸ਼ਬਦ ਰਿਦ ਅੰਤਰ ਧਾਰੈ, ਪੰਚ ਜਨਾ ਸਿਉ ਸੰਗ ਨਿਵਾਰੈ। 10 ਇੰਦਰੀ ਕਰ ਰਾਖੈ ਬਾਸ, ਤਾਂ ਕੈ ਆਤਮੈ ਹੋਏ ਪ੍ਰਗਾਸ। ਜੋ ਵੀ ਤੁਹਾਡਾ ਮੰਤਵ, ਤੁਹਾਡਾ ਪ੍ਰਯੋਜਨ, ਤੁਹਾਡਾ ਨਿਸ਼ਾਨਾ ਹੋਵੇ, ਉਸ ਬਾਰੇ ਚੰਗੀ ਤਰ੍ਹਾਂ ਵਿਚਾਰ ਕਰੋ। ਉਸ ਦੀ ਪ੍ਰਾਪਤੀ ਲਈ ਪੂਰਾ ਯਤਨ ਕਰੋ, ਪੂਰਾ ਜ਼ੋਰ ਲਾਓ। ਨਿਸ਼ਾਨਾ ਨਾ ਹੋਣਾ, ਆਦਰਸ਼ ਦਾ ਨਾ ਹੋਣਾ ਇਵੇਂ ਹੀ ਹੈ ਜਿਵੇਂ ਕੋਈ ਬੇੜੀ ਦੇ ਵਿੱਚ ਬੈਠਾ ਹੋਵੇ ਤਾਂ ਇਹ ਥਹੁ ਪਤਾ ਨਾ ਹੋਵੇ ਕਿ ਕਿੱਥੇ ਜਾਣਾ ਹੈ। ਜਿਨ੍ਹਾਂ ਦਾ ਜੀਵਨ ਆਦਰਸ਼ ਨਹੀਂ, ਜ਼ਿੰਦਗੀ ਦਾ ਨਿਸ਼ਾਨਾ ਨਹੀਂ, ਕੋਈ ਉਦੇਸ਼ ਨਹੀਂ, ਉਹ ਚਿੰਤਾਤੁਰ ਹੁੰਦੇ, ਭੈ-ਭੀਤ ਹੁੰਦੇ ਤੇ ਐਵੇਂ ਦੁਖੀ ਹੁੰਦੇ ਨੇ। ਇਹ ਸਭ ਕਮਜ਼ੋਰੀ, ਨਿਰਬਲਤਾ ਦੇ ਨਿਸ਼ਾਨ ਹਨ ਤੇ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਕੰਮ ਦੇ ਵਿੱਚ ਸਫਲਤਾ ਨਹੀਂ ਹੁੰਦੀ, ਘਾਟੇ ਪੈਂਦੇ ਨੇ ਤੇ ਆਦਮੀ ਦੁਖੀ ਹੁੰਦਾ ਹੈ। ਸੰਸਾਰ ਦੇ ਵਿੱਚ ਸਫਲਤਾ ਬਲਵਾਨਾਂ ਲਈ ਹੈ। ਬਲਵਾਨ ਹਿਰਦੇ ਵਾਲੇ, ਬਲਵਾਨ ਮਨ ਵਾਲੇ, ਬਲਵਾਨ ਖਿਆਲਾਂ ਵਾਲੇ ਸਫਲਤਾ ਪ੍ਰਾਪਤ ਕਰਦੇ ਨੇ। ਕਮਜ਼ੋਰੀ ਤਾਂ ਹਾਰ ਦੀ ਸੰਗਣ ਸਾਥਣ ਹੈ। ਆਦਮੀ ਨੂੰ ਆਪਣੇ ਹਿਰਦੇ ਦੇ ਵਿੱਚ ਸ੍ਰੇਸ਼ਟ ਸ਼ੁਭ ਆਦਰਸ਼ ਧਾਰਨ ਕਰਨਾ ਚਾਹੀਦਾ ਹੈ। ਉਸ ਦੀ ਪ੍ਰਾਪਤੀ ਲਈ ਉਦਮ ਕੀਤਾ ਜਾਣਾ ਚਾਹੀਦਾ ਹੈ। ਆਦਰਸ਼ ਨੂੰ ਆਪਣੇ ਖਿਆਲਾਂ ਦਾ ਕੇਂਦਰ ਬਣਾਓ। ਭਾਵੇਂ ਤੁਹਾਡਾ ਆਦਰਸ਼ ਆਤਮਕ ਹੋਵੇ, ਭਾਵੇਂ ਮਾਇਕ ਹੋਵੇ, ਆਪਣੇ ਪ੍ਰਯੋਜਨ, ਆਪਣੇ ਆਦਰਸ਼ ਦੀ ਪ੍ਰਾਪਤੀ ਲਈ ਇਕਾਗਰ ਬਿਰਤੀ ਦੇ ਨਾਲ ਵਿਚਾਰ ਕਰੋ। ਉਸ ਬਾਰੇ ਭਲੀ ਪ੍ਰਕਾਰ ਵਿਚਾਰ ਕਰੋ। ਆਪਣੇ ਪ੍ਰਯੋਜਨ ਦੀ ਪ੍ਰਾਪਤੀ ਲਈ ਪੂਰਾ ਤਾਣ ਲਾਓ। ਉਸ ਦੀ ਪ੍ਰਾਪਤੀ ਲਈ ਪੂਰਾ ਯਤਨ ਕਰੋ। ਇੱਕੋ ਲਗਨ ਮਨ ਦੇ ਵਿੱਚ ਲੱਗੀ ਰਹੇ ਤੇ ਉਧਰ ਦੇ ਦੀਨਹੀਨ ਖਿਆਲਾਂ ਵਿੱਚ ਮਨ ਦੇ ਦੀਨਹੀਨ ਖਿਆਲਾਂ ਨੂੰ ਆਪਣੇ ਮਨ ਵਿੱਚ ਨਾ ਆਉਣ ਦਿਓ। ਖਿਆਲ ਦੀ ਦ੍ਰਿੜਤਾ, ਖਿਆਲ ਦੀ ਬਲਵਾਨਤਾ, ਬਿਰਤੀ ਦੀ ਇਕਾਗਰਤਾ ਅਤੇ ਆਪਣੇ ਆਪੇ ਨੂੰ ਬਸ ਕਰਨ ਦਾ ਇਹੋ ਹੀ ਸਾਧਨ ਹੈ। ਇਹ ਹੋ ਸਕਦਾ ਹੈ ਕਿ ਪੂਰੀ ਬਲਵਾਨਤਾ ਨਾ ਹੋਣ ਕਰਕੇ ਸ਼ੁਰੂ ਦੇ ਵਿੱਚ ਕੰਮ ਦੇ ਵਿੱਚ ਸਫਲਤਾ ਪ੍ਰਾਪਤ ਨਾ ਹੋਵੇ, ਪਰ ਪ੍ਰਯੋਜਨ ਦੇ ਨਾਲ, ਇੱਕ ਤਾਰ ਲਿਵ ਦੇ ਨਾਲ, ਬਿਰਤੀ ਟਿਕਾਣ ਦੇ ਨਾਲ, ਇਕਾਗਰਤਾ ਦੇ ਨਾਲ ਮਨ ਬਲਵਾਨ ਹੁੰਦਾ ਜਾਵੇਗਾ। ਇਰਾਦਾ ਵਿੱਚ ਦ੍ਰਿੜਤਾ ਆਵੇਗੀ ਤੇ ਅਖੀਰ ਸਫਲਤਾ ਪ੍ਰਾਪਤ ਹੋਣੀ ਅਵਸ਼ ਹੈ। ਜੋ ਲੋਕ ਕੋਈ ਪਰਮ ਪ੍ਰਯੋਜਨ ਮਨ ਦੇ ਵਿੱਚ ਧਾਰਨੋਂ ਅਸਮਰੱਥ ਹਨ, ਉਹਨਾਂ ਲਈ ਇਹੋ ਕਾਫੀ ਹੈ ਕਿ ਉਹ ਆਪਣੇ ਨਿੱਕੇ ਵੱਡੇ ਫਰਜ਼ ਨੂੰ, ਆਪਣੇ ਕਰਤੱਵ ਨੂੰ ਭਲੀ ਭਾਂਤ ਨਿਭਾਉਣ। ਇਸ ਪ੍ਰਕਾਰ ਇਕਾਗਰਤਾ, ਇੱਕ ਮਨ, ਇੱਕ ਚਿੱਤ ਹੋਣ ਦੀ ਆਦਤ ਦ੍ਰਿੜ ਹੋਵੇਗੀ, ਇਰਾਦੇ ਵਿੱਚ ਦ੍ਰਿੜਤਾ ਆਵੇਗੀ, ਹਿੰਮਤ ਵਧੇਗੀ, ਤਾਂ ਹੋ ਨਹੀਂ ਸਕਦਾ ਕਿ ਨਿਰਾਸ਼ਤਾ ਹੋਵੇ, ਸਫਲਤਾ ਨਾ ਹੋਵੇ। ਭਾਵੇਂ ਮਨ ਕਿੱਡਾ ਵੀ ਨਿਰਵਲ ਹੋਵੇ, ਇਰਾਦਾ ਕਿੱਡਾ ਕਮਜ਼ੋਰ ਹੋਵੇ, ਪਰ ਤੁਸੀਂ ਯਾਦ ਰੱਖੋ ਕਿ ਯਤਨ ਕਰਨ ਦੇ ਨਾਲ, ਉਦਮ ਕਰਨ ਦੇ ਨਾਲ, ਮੁੜ ਕੇ ਹਿੰਮਤ ਕਰਨ ਦੇ ਨਾਲ ਤੁਹਾਡਾ ਮਨ ਬਲਵਾਨ ਹੁੰਦਾ ਜਾਏਗਾ। ਜਿਉਂ-ਜਿਉਂ ਤੁਸੀਂ ਉਦਮ ਕਰੋਗੇ, ਧੀਰਜ ਰੱਖੋਗੇ, ਆਪਣੀ ਧੁਨ ਵਿੱਚ ਲੱਗੇ ਰਹੋਗੇ, ਤੁਹਾਡਾ ਮਨ ਬਲਵਾਨ ਹੁੰਦਾ ਜਾਏਗਾ। ਅਖੀਰ ਤੁਹਾਡੇ ਅੰਦਰ ਦੈਵੀ ਸ਼ਕਤੀ ਵਾਪਰੇਗੀ। ਜਿਵੇਂ ਤੁਸੀਂ ਨਿਰਬਲ ਸਰੀਰ ਨੂੰ ਮੁਨਾਸਬ ਕਸਰਤ ਦੁਆਰਾ ਬਲਵਾਨ ਬਣਾ ਸਕਦੇ ਹੋ, ਇਵੇਂ ਹੀ ਤੁਸੀਂ ਦੁਰਬਲ ਖਿਆਲ ਨੂੰ ਸ਼ੁੱਧ ਸ੍ਰੇਸ਼ਟ ਵਿਚਾਰਾਂ ਦੁਆਰਾ ਬਲਵਾਨ ਬਣਾ ਸਕਦੇ ਹੋ। ਪ੍ਰਯੋਜਨ ਜਾਂ ਆਦਰਸ਼ ਦਾ ਮਨ ਦੇ ਵਿੱਚ ਨਾ ਹੋਣਾ ਦੁਰਬਲਤਾ ਪੈਦਾ ਕਰਦਾ ਹੈ। ਮਨ ਦੇ ਵਿੱਚ ਆਦਰਸ਼ ਧਾਰਨ ਕਰਨ ਦੇ ਨਾਲ ਮਨ ਬਲਵਾਨ, ਸ਼ਕਤੀਮਾਨ ਹੁੰਦਾ ਹੈ ਤੇ ਸਫਲਤਾ ਪ੍ਰਾਪਤ ਹੁੰਦੀ ਹੈ। ਬਲਵਾਨ ਮਨ ਵਾਲੇ ਪੱਕਾ ਇਰਾਦਾ ਕਰਦੇ, ਨਿਰਭੈ ਹੋ ਕੇ ਪੂਰਾ ਯਤਨ ਕਰਦੇ, ਪੂਰਾ ਤਾਣ ਲਾਉਂਦੇ ਤੇ ਭਲੀ ਪ੍ਰਕਾਰ ਸਫਲਤਾ ਪ੍ਰਾਪਤ ਕਰਦੇ ਨੇ।
ਆਪਣਾ ਆਦਰਸ਼ ਬਣਾ ਕੇ ਆਦਮੀ ਨੂੰ ਮਨ ਵਿੱਚ ਸਿੱਧਾ ਰਾਹ ਵਿਚਾਰ ਲੈਣਾ ਚਾਹੀਦਾ ਹੈ ਤੇ ਫਿਰ ਉਸ ਸਿੱਧੇ ਨਿਸ਼ਾਨੇ ਤੇ ਪਹੁੰਚਣਾ ਲੋੜੀਏ। ਐਵੇਂ ਸੱਜੇ ਖੱਬੇ ਭੰਬਲ ਭੂਸੇ ਖਾਣ ਦੀ ਲੋੜ ਨਹੀਂ। ਭੈ ਨੂੰ ਸ਼ੰਕਿਆਂ ਨੂੰ ਉੱਕਾ ਹੀ ਨੇੜੇ ਨਾ ਆਉਣ ਦਿਓ। ਸ਼ੰਕੇ ਤੌਖਲੇ ਉਦਮ ਦੇ ਰਾਹ ਦੇ ਵਿੱਚ ਵਿਘਨ ਪਾਉਂਦੇ ਨੇ ਤੇ ਹਾਨੀਕਾਰਕ ਸਾਬਤ ਹੁੰਦੇ ਨੇ ਤੇ ਆਦਮੀ ਐਵੇਂ ਇੱਧਰ ਉੱਧਰ ਭਟਕਦਾ ਡਾਵਾਂ ਡੋਲ ਹੁੰਦਾ ਠੇਡੇ ਖਾਂਦਾ ਫਿਰਦਾ ਹੈ। ਜਿੱਥੇ ਸ਼ੰਕੇ ਤੌਖਲੇ ਹਨ ਉੱਥੇ ਸਫਲਤਾ ਕਿੱਥੇ, ਉੱਥੇ ਤਾਂ ਹਾਰ ਹੀ ਹਾਰ ਹੈ। ਜਿੱਥੇ ਸ਼ੰਕੇ ਤੌਖਲੇ ਨੇ ਉੱਥੇ ਨਾ ਹਿੰਮਤ ਰਹਿੰਦੀ ਹੈ, ਨਾ ਉਤਸ਼ਾਹ ਹੁੰਦਾ ਹੈ ਤੇ ਨਾ ਕੰਮ ਕਰਨ ਦੀ ਸ਼ਕਤੀ ਰਹਿੰਦੀ ਹੈ ਤੇ ਮਨ ਹੀਣ ਤੇ ਦੁਰਬਲ ਹੁੰਦਾ ਹੈ। ਜੇ ਤੁਹਾਨੂੰ ਕਿਸੇ ਕੰਮ ਨੂੰ ਨਿਭਾ ਲੈਣ ਦਾ, ਕਿਸੇ ਕਾਰਜ ਨੂੰ ਸਿੱਧ ਕਰਨ ਦਾ, ਕਿਸੇ ਮੁਹਿੰਮ ਨੂੰ ਸਰ ਕਰਨ ਦਾ ਪੂਰਨ ਨਿਸ਼ਚਾ ਹੋਵੇ ਤਾਂ ਤੁਸੀਂ ਉਸ ਕੰਮ ਨੂੰ ਪੱਕੇ ਦ੍ਰਿੜ ਵਿਸ਼ਵਾਸ ਦੇ ਨਾਲ, ਪੱਕੇ ਇਰਾਦੇ ਨਾਲ ਕਰੋਗੇ। ਸ਼ੰਕੇ ਤੌਖਲੇ ਵਿਸ਼ਵਾਸਘਾਤੀ ਨੇ ਤੇ ਜਿਸ ਦੇ ਮਨ ਅੰਦਰ ਸ਼ੰਕੇ ਨੇ ਭੈ ਵਿਆਪ ਰਿਹਾ ਹੈ, ਪੈਰ ਪੈਰ ਤੇ ਠੇਡੇ ਖਾਵੇਗਾ, ਕਦਮ ਕਦਮ ਤੇ ਹਾਰੇਗਾ ਤੇ ਬਾਰੰਬਾਰ ਡਿੱਗੇਗਾ। ਜਿਸ ਦਾ ਮਨ ਸ਼ੰਕਾ ਰਹਿਤ ਹੋ ਗਿਆ, ਨਿਰਭੈ ਹੋ ਗਿਆ, ਉਸ ਨੇ ਮਾਨੋ ਹਾਰ ਨੂੰ ਪੈਰਾਂ ਹੇਠ ਹੀ ਲਤਾੜ ਦਿੱਤਾ ਹੈ। ਉਹ ਬਲਵਾਨ ਹੈ ਤੇ ਉਸ ਦੀਆਂ ਸਭ ਔਕੜਾਂ ਸ਼ਾਈ ਮਾਈ ਹੋ ਜਾਂਦੀਆਂ ਨੇ ਤੇ ਉਸ ਦੀ ਜੈ ਜੈਕਾਰ ਹੁੰਦੀ ਹੈ। ਉਸ ਦੇ ਆਦਰਸ਼ ਸ਼ੁਭ ਸ੍ਰੇਸ਼ਟ ਹੁੰਦੇ ਨੇ। ਉਹ ਆਦਰਸ਼ ਫਲਦਾਇਕ ਹੁੰਦੇ ਨੇ ਤੇ ਉਹ ਫਲ ਸਦੀਵੀ ਹੁੰਦਾ ਹੈ। ਜੇ ਆਦਮੀ ਨੂੰ ਭੈ ਨਹੀਂ, ਸ਼ੰਕੇ ਨਹੀਂ, ਤਾਂ ਉਸ ਦਾ ਆਦਰਸ਼ ਉਸ ਦੇ ਅੰਦਰ ਸ਼ਕਤੀ ਪੈਦਾ ਕਰਦਾ ਹੈ। ਜਿਸ ਮਨੁੱਖ ਨੂੰ ਇਸ ਗੱਲ ਦਾ ਗਿਆਨ ਹੋ ਗਿਆ, ਉਹ ਸ਼ੰਕਿਆਂ ਤੌਖਲਿਆਂ ਤੋਂ ਰਹਿਤ ਹੋ ਜਾਂਦਾ ਹੈ ਤੇ ਬਲਵਾਨ ਹੋ ਜਾਂਦਾ ਹੈ। ਉਸ ਦੀ ਸਦਾ ਜੈ ਤੇ ਸਦਾ ਜਿੱਤ ਹੁੰਦੀ ਹੈ, ਸਦਾ ਸਫਲਤਾ ਹੈ ਤੇ ਕਾਮਯਾਬੀ ਹੈ ਤੇ ਫਤਿਹ ਹੈ। ਜਿਸ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ, ਤਿੰਨ ਜਨ ਸਭ ਡਰ ਸੁਟ ਘੱਤੇ ਰਾਮ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅੰਗ 540। ਸੋ ਭਾਈ ਸਾਹਿਬ ਨੇ ਸਾਨੂੰ ਇਹਦੇ ਵਿੱਚ, ਇਸ ਛੋਟੇ ਜਿਹੇ ਲੇਖ ਦੇ ਵਿੱਚ ਸਾਨੂੰ ਸਮਝਾਇਆ ਹੈ ਕਿ ਕਿਵੇਂ, ਪਹਿਲੀ ਗੱਲ ਤਾਂ ਹੈ ਸਾਡਾ ਨਿਸ਼ਚਾ ਹੋਣਾ ਚਾਹੀਦਾ, ਸਾਡੇ ਕੋਲ ਟਾਰਗੇਟ ਹੋਣਾ ਚਾਹੀਦਾ ਵੀ ਅਸੀਂ ਕਿੱਥੇ ਪਹੁੰਚਣਾ ਹੈ ਤੇ ਉਹਦੇ ਲਈ ਫਿਰ ਜਿਹੜਾ ਹੈ ਅਸੀਂ ਆਪਣੇ ਮਨ ਨੂੰ ਜਿਹੜਾ ਹੈ ਸਟਰੋਂਗ ਬਣਾ ਕੇ ਉਸ ਪਾਸੇ ਦੇ ਉੱਤੇ ਜਿਹੜੀ ਹੈ ਮਿਹਨਤ ਕਰਨੀ ਸ਼ੁਰੂ ਕਰਦੇ ਹਾਂ। ਪਰ ਜੇ ਸਾਡੇ ਮਨ ਦੇ ਵਿੱਚ ਇਹ ਸ਼ੰਕੇ ਆ ਜਾਣ, ਇਹ ਡਾਊਟ ਆਉਣੀ ਸ਼ੁਰੂ ਹੋ ਜਾਵੇ, ਖਰੇ ਇੱਦਾਂ ਹੋਣੀ, ਖਰੇ ਨਹੀਂ ਹੋਣੀ, ਤੇ ਫਿਰ ਜਿਹੜੀ ਹੈ ਬੰਦਾ ਕਦੀ ਇੱਧਰ ਤੇ ਕਦੀ ਉੱਧਰ। ਫਿਰ ਜੇ ਅਸੀਂ ਕਿਸੇ ਚੀਜ਼ ਨੂੰ ਕ੍ਰੋਸ ਕਰਨਾ ਹੈ, ਕਿਸੇ ਪੁਲ ਨੂੰ ਕ੍ਰੋਸ ਕਰਨਾ ਹੈ, ਜੇ ਬੰਦੇ ਦੇ ਦਿਲ 'ਚ ਹੋਇਆ ਕੀ ਪਤਾ ਰਾਹ ਦੇ ਵਿੱਚ ਡਿੱਗ ਪੈ ਜੇ, ਤਾਂ ਫਿਰ ਜ਼ਰੂਰੀ ਗੱਲ ਹੈ ਉਹ ਡਿੱਗ ਹੀ ਪੈਂਦਾ ਹੈ। ਜਦ ਉਹਦਾ ਨਿਸ਼ਾਨਾ ਉਹਦਾ ਹੋਵੇ ਫਿਰ ਦੂਸਰੇ ਪਾਸੇ ਜਿਹੜਾ ਇੱਕ ਪਾਸੇ ਤੋਂ ਦੂਜੇ ਪਾਸੇ ਨੂੰ ਲੰਘਣਾ ਹੈ ਤੇ ਉਹਦਾ ਨਿਸ਼ਾਨੇ ਦੇ ਉੱਤੇ ਆਪਣੀ ਨਿਗਾਹ ਰੱਖੇ ਅਤੇ ਆਪਣੇ ਆਪ ਨੂੰ ਸੰਭਲੇ ਤੇ ਉਹ ਜਿਹੜਾ ਹੈ ਪਾਰ ਹੁੰਦਾ ਹੈ। ਤੇ ਇਹਦੇ ਵਿੱਚ ਭਾਈ ਸਾਹਿਬ ਨੇ ਇੱਕ ਗੱਲ ਹੋਰ ਲਿਖੀ ਹੈ ਕਿ ਜਿਹੜੇ ਕੁਝ ਜਿਹੜੀ ਹਿੰਮਤ ਕਰਕੇ ਅੱਗੇ ਉੱਤੇ ਚੜ੍ਹ ਜਾਂਦੇ ਨੇ, ਆਪਣਾ ਪ੍ਰਾਪਤੀ ਦੇ ਲਈ ਰਾਹ ਜਿਹੜਾ ਹੈ ਉਹਦੇ ਵਿੱਚ ਕਿਤੇ ਨੇੜੇ ਪਹੁੰਚ ਜਾਂਦੇ ਨੇ, ਤੇ ਜੇ ਉਹ ਆਪਣੀ ਜਿਹੜੀ ਹੈ ਫਿਰ ਉਹਨੂੰ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੈ, ਕਿਉਂਕਿ ਸਾਵਧਾਨੀ ਨਾ ਹੋਈ ਤਾਂ ਫਿਰ ਜਿੰਨਾ ਉੱਤੇ ਗਿਆ ਹੋਵੇਗਾ ਓਨਾ ਹੀ ਥੱਲੇ ਡਿੱਗੇਗਾ ਤੇ ਓਨੀ ਸੱਟ ਜ਼ਿਆਦਾ ਲੱਗੇਗੀ। ਸੋ ਇਹ ਤਾਂ ਸੀ ਕੁਝ ਕੁ ਵਿਚਾਰਾਂ। ਆਓ ਅਗਲਾ ਸ਼ਬਦ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਆਪ ਜੀ ਦੇ ਨਾਲ ਫਿਰ ਅਗਲੇ ਲੇਖ ਦੀ ਸਾਂਝ ਪਾਵਾਂਗੇ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਵੰਦਿਆ ਤੇਰਾ ਕੋਈ ਨਾ ਬੇਲੀ ਰਾਮ। ਪਾਪ
ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਕੋਈ ਨਾ ਬੇਲੀ ਹੋਏ ਤੇਰਾ ਸਦਾ ਪਛੋਤਾਵੇ ਗੁਣ ਗੋਪਾਲ ਨਾ ਜਪੇ ਰਸਨਾ ਫਿਰ ਕਦੋਂ ਸੇ ਦੇ ਆਵੇ ਫਿਰ ਕਦੋਂ ਸੇ ਦੇ ਆਵੇ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ तरवर बिछूने में पात जुड़ते जममग गौन अकेली तरवर बिछूने में पात जुड़ते जममग गौन अकेली
ਬਿਨਵੰਤ ਨਾਨਕ ਬਿਨ ਨਾਮ ਹਰ ਕੇ ਸਦਾ ਫਿਰਤ ਦੁਹੇਲੀ। ਸਦਾ ਫਿਰਤ ਦੁਹੇਲੀ, ਤੇਰਾ ਕੋਇ ਨਾ ਬੇਲੀ ਰਾਮ। ਤੇਰਾ ਕੋਇ ਨਾ ਬੇਲੀ ਰਾਮ, ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ। ਤੇਰਾ ਕੋਇ ਨਾ ਬੇਲੀ ਰਾਮ। ਤੇਰਾ ਕੋਇ ਨਾ ਬੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ। ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ। Businesses, time is running out. Starting on the 1st of Jan, anyone who deals with Europe will have to follow new rules on exports, imports, tariffs, data, and hiring. I know we've all got our hands full right now, but basically, if any part of your business crosses borders, you need to do something about it now. This is happening, so make sure you have everything covered. We haven't got long. Start now at gov.uk/transition. Check, change, go. This is an important update about coronavirus. To help save lives, new national restrictions are now in place until the 2nd of December. You must stay at home. Only leave home for food, medical reasons, exercise, education, or work. You must work from home if you can and avoid travel unless essential. Go to gov.uk/coronavirus for latest guidance and exemptions. Stay alert, control the virus, save lives. ਹਾਂਜੀ, ਅਸੀਂ ਪਹਿਲੇ ਸੰਤ ਅਨੂਪ ਸਿੰਘ ਜੀ ਊਨਾ ਸਾਹਿਬ ਵਾਲੇ ਉਹਨਾਂ ਦੀ ਆਵਾਜ਼ ਦੇ ਵਿੱਚ ਸ਼ਬਦ ਸਰਵਣ ਕੀਤਾ ਤੇ ਉਸ ਤੋਂ ਬਾਅਦ ਇਹ ਜਿਹੜੇ ਖਾਸ ਸੁਨੇਹੇ ਨੇ ਉਹ ਸਰਵਣ ਕੀਤੇ ਨੇ ਕਿ ਕਿਵੇਂ ਯੂਰਪ ਦਾ ਜਿਹੜਾ ਹੈ ਉਹ ਅਸਰ ਪੈਣਾ ਹੈ 1 ਜਨਵਰੀ ਤੋਂ ਤੇ ਇਸੇ ਤਰ੍ਹਾਂ ਕੋਵਿਡ-19 ਦਾ ਲੋਕਡਾਊਨ ਜਿਹੜਾ ਹੈ ਉਹ ਸਾਨੂੰ ਆਬਜ਼ਰਵ ਕਰਨ ਦੀ ਲੋੜ ਹੈ ਤੇ ਦਾਸ ਵੱਲੋਂ ਵੀ ਰਿਮੋਟਲੀ ਇਹ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ। ਇਸ ਕਰਕੇ ਅਸੀਂ ਜਿਹੜੇ ਕਈ ਵਾਰੀ ਸਾਡੇ ਜਾਣ ਵਾਲੇ ਸੁਣਨ ਵਾਲੇ ਜ਼ਰੂਰ ਫੋਨ ਵਗੈਰਾ ਕਰਦੇ ਹੋਣਗੇ, ਅਸੀਂ ਫੋਨ ਨਹੀਂ ਲੈ ਸਕਦੇ, ਮਜਬੂਰੀ ਹੈ ਤੇ ਕੋਸ਼ਿਸ਼ ਹੈ ਕਿ ਜਿੰਨਾ ਅਸੀਂ ਵਿੱਚ ਇਹਦੇ ਯੋਗਦਾਨ ਪਾ ਸਕਦੇ ਹਾਂ ਓਨਾ ਅਸੀਂ ਪਾਈਏ ਤੇ ਬੇਲੋੜਾ ਜਿਹੜਾ ਹੈ ਕੰਟੈਕਟ ਜਿਹੜਾ ਹੈ ਉਹ ਤੋਂ ਬਚਿਆ ਜਾਵੇ ਤੇ ਵਾਹਿਗੁਰੂ ਸਾਰਿਆਂ ਤੇ ਮਿਹਰ ਕਰੇ ਤੇ ਸਾਰੇ ਸੁਰੱਖਿਅਤ ਰਹਿਣ ਤੇ ਪਰ ਸਾਡਾ ਵੀ ਸਾਨੂੰ ਸਤਿਗੁਰੂ ਜੀ ਨੇ ਉਸ ਪ੍ਰਮਾਤਮਾ ਨੇ ਸਾਨੂੰ ਵੀ ਸਮਝ ਬਖਸ਼ੀ ਹੈ ਤੇ ਸਾਨੂੰ ਵੀ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਇਸ ਮਹਾਮਾਰੀ ਦੇ ਵਿੱਚ ਇਸ ਤੋਂ ਬਚਣ ਦੇ ਲਈ। ਤੇ ਪ੍ਰੋਗਰਾਮ ਦੇ ਦੂਜੇ ਹਿੱਸੇ ਦੇ ਵਿੱਚ ਆਪ ਜੀ ਦਾ ਸਵਾਗਤ ਹੈ। ਅਗਰ ਆਪ ਜੀ ਨੇ ਪ੍ਰੋਗਰਾਮ ਹੁਣੇ ਸੁਣਨਾ ਸ਼ੁਰੂ ਕੀਤਾ ਹੈ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਾਡਾ ਸਾਥ ਰਹੇਗਾ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਣ ਸਰਵਣ ਕਰੋਗੇ। ਇਸ ਜਿਹੜਾ ਹੈ ਬ੍ਰੇਕ ਤੋਂ ਪਹਿਲਾਂ ਅਸੀਂ ਇੱਕ ਲੇਖ ਜਿਹੜਾ ਭਾਈ ਰਘਵੀਰ ਸਿੰਘ ਜੀ ਵੀਰ ਉਹਨਾਂ ਦੇ ਕਿਤਾਬ 'ਚ ਸਾਡੇ ਵਿਚਾਰ ਅਰਥਾਤ ਖਿਆਲ ਸ਼ਕਤੀ ਦੇ ਵਿੱਚੋਂ ਆਪ ਜੀ ਦੇ ਨਾਲ ਸਾਂਝਾ ਕੀਤਾ ਸੀ ਤੇ ਇਹ ਵਾਲਾ ਜਿਹੜਾ ਆਖਰੀ ਲੇਖ ਹੈ ਇਸ ਕਿਤਾਬ 'ਚ ਇਹਦਾ ਉਹਨਾਂ ਨੇ ਸ਼ੀਰਸ਼ਕ ਦਿੱਤਾ ਹੈ ਸਾਡੀ ਸਫਲਤਾ ਦਾ ਸਾਡੇ ਵਿਚਾਰਾਂ ਦੇ ਨਾਲ ਸੰਬੰਧ। ਆਪ ਜੀ ਇਹ ਲੇਖ ਸ਼ੁਰੂ ਕਰਦੇ ਨੇ ਇਸ ਗੁਰਬਾਣੀ ਦੀ ਪੰਕਤੀ ਤੋਂ ਜਿਹੜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ 90 ਦੇ ਤੇ ਸੁਸ਼ੋਭਿਤ ਹੈ। ਸੱਚਾ ਸਾਹਿਬ ਸੱਚ ਨਿਆਓ ਪਾਪੀ ਨਰ ਹਾਰਦਾ। ਸੱਚਾ ਸਾਹਿਬ
ਸੱਚ ਨਿਆਓ ਪਾਪੀ ਨਰ ਹਾਰਦਾ। ਸਾਡੀ ਸਫਲਤਾ ਤੇ ਸਾਡੀ ਨਾਕਾਮਯਾਬੀ ਸਾਡੇ ਆਪਣੇ ਖਿਆਲਾਂ ਵਿਚਾਰਾਂ ਦੇ ਸਦਕੇ ਹੁੰਦੀ ਹੈ। ਸਾਡੇ ਆਪਣੇ ਖਿਆਲਾਂ ਦਾ ਨਤੀਜਾ ਹੈ। ਸੰਸਾਰ ਦੇ ਵਿੱਚ ਅਕਾਲ ਪੁਰਖ ਦਾ ਨਿਆਂ ਕਾਰ ਕਰ ਰਿਹਾ ਹੈ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਸੰਸਾਰ ਧਰਮ ਨਿਆਂ ਬਿਨਾ ਕਦੋਂ ਦਾ ਢੇਰੀ ਹੋ ਗਿਆ ਹੁੰਦਾ। ਹਰ ਕੋਈ ਆਪਣੀ ਪਵਿੱਤਰਤਾ ਅਤੇ ਅਪਵਿੱਤਰਤਾ, ਦੁਰਲਭਤਾ ਤੇ ਸਫਲਤਾ ਦੁਰਬਲਤਾ ਤੇ ਸਫਲਤਾ ਦੇ ਲਈ ਆਪ ਜ਼ਿੰਮੇਵਾਰ ਹੈ। ਇਹ ਗੁਣ ਔਗਣ ਆਪਣੇ ਖਿਆਲਾਂ ਅਨੁਸਾਰ ਹਰ ਕੋਈ ਆਪ ਪੈਦਾ ਕਰਦਾ ਹੈ। ਦੂਜਾ ਕੋਈ ਮਨੁੱਖ ਪੈਦਾ ਨਹੀਂ ਕਰ ਸਕਦਾ। ਹਰ ਕਿਸੇ ਨੇ ਆਪ ਕਮਾਉਣਾ ਹੈ। ਮਨੁੱਖ ਆਪਣੇ ਗੁਣਾਂ ਔਗਣਾਂ ਨੂੰ ਆਪ ਹੀ ਬਦਲ ਸਕਦਾ ਹੈ। ਕੋਈ ਦੂਜਾ ਐਸਾ ਨਹੀਂ ਕਰ ਸਕਦਾ। ਮਨੁੱਖ ਦਾ ਸੁੱਖ ਦੁੱਖ ਅੰਦਰੋਂ ਹੀ ਪੈਦਾ ਹੁੰਦਾ ਹੈ। ਜਿਹੋ ਜਿਹਾ ਕਿਸੇ ਦੇ ਵਿਚਾਰ ਖਿਆਲ ਨੇ ਉਹੋ ਜਿਹਾ ਉਹ ਬਣ ਜਾਂਦਾ ਹੈ, ਤੇ ਜੇ ਖਿਆਲ ਨਾ ਬਦਲਣ ਤਾਂ ਉਸ ਦੀ ਹਾਲਤ ਵੀ ਉਹੋ ਜਿਹੀ ਹੀ ਰਹੇਗੀ। ਬਹੁਤ ਹੀ ਜਿਹੜੇ ਨੇ ਸਟਰੋਂਗ ਸਖਤ ਵਿਚਾਰ ਨੇ ਜਿਹੜੇ ਕਿ ਗੁਰਬਾਣੀ ਦੇ ਅਨੁਸਾਰ ਭਾਈ ਸਾਹਿਬ ਸਾਨੂੰ ਸਮਝਾ ਰਹੇ ਨੇ। ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ। ਬਲਵਾਨ ਪੁਰਖ ਦੁਰਬਲ ਪੁਰਖ ਦੀ ਸਹਾਇਤਾ ਨਹੀਂ ਕਰ ਸਕਦਾ ਜਦ ਤੱਕ ਨਿਰਬਲ ਮਨੁੱਖ ਆਪਣੀ ਸਹਾਇਤਾ ਆਪ ਕਰਨ ਦੀ ਚਾਹ ਨਾ ਰੱਖੇ। ਇਸ ਪ੍ਰਕਾਰ ਦੁਰਬਲ ਮਨੁੱਖ ਆਪ ਹੀ ਆਪਣੇ ਆਪ ਨੂੰ ਬਲਵਾਨ ਬਣਾ ਸਕਦਾ ਹੈ। ਜਿਸ ਗੁਣ ਨੂੰ ਅਸੀਂ ਦੂਜੇ ਵਿੱਚ ਵੇਖਦੇ ਤੇ ਸ਼ਲਾਘਾ ਕਰਦੇ ਹਾਂ, ਉਹ ਬਲ ਅਸੀਂ ਆਪਣੇ ਯਤਨ ਦੇ ਨਾਲ ਆਪਣੇ ਆਪ ਵਿੱਚ ਪੈਦਾ ਕਰ ਸਕਦੇ ਹਾਂ। ਸਾਡੀ ਹਾਲਤ ਨੂੰ ਹੋਰ ਕੋਈ ਨਹੀਂ ਬਦਲ ਸਕਦਾ, ਅਸੀਂ ਆਪ ਹੀ ਐਸਾ ਕਰ ਸਕਦੇ ਹਾਂ। ਲੋਕੀ ਆਮ ਤੌਰ ਤੇ ਇਹ ਖਿਆਲ ਕਰਦੇ ਨੇ ਤੇ ਕਹਿੰਦੇ ਨੇ ਕਿ ਫਲਾਨੇ ਜਰਵਾਣੇ ਨੇ, ਅਮਕੇ ਜ਼ਾਲਮ ਨੇ ਦੂਜਿਆਂ ਨੂੰ ਗੁਲਾਮ ਬਣਾਇਆ, ਤੇ ਇਸ ਪ੍ਰਕਾਰ ਜਰਵਾਣਿਆਂ ਨੂੰ ਅਸੀਂ ਨਿੰਦਦੇ ਤੇ ਲਾਹਨਤਾਂ ਪਾਉਂਦੇ ਹਾਂ। ਪਰ ਹੁਣ ਇਸ ਦੇ ਉਲਟ ਕੁਝ ਲੋਕ ਇਹ ਕਹਿਣ ਲੱਗ ਪਏ ਨੇ ਕਿ ਜ਼ਾਲਮ ਤਾਂ ਬਣਦਾ ਹੈ ਜੇ ਜ਼ਾਲਮ ਦਾ ਜ਼ੁਲਮ ਸਹਿਣ ਵਾਲੇ ਗੁਲਾਮ ਬਿਰਤੀ ਵਾਲੇ ਹੋਣ। ਇਸ ਲਈ ਗੁਲਾਮ ਬਿਰਤੀ ਵਾਲੇ ਘਿਰਨਾਯੋਗ ਹਨ। ਸੱਚ ਤਾਂ ਇਹ ਹੈ ਕਿ ਜਿੱਥੇ ਕੋਈ ਜ਼ਾਲਮ ਹੈ ਉੱਥੇ ਸਮਝ ਲਓ ਕਿ ਗੁਲਾਮ ਬਿਰਤੀ ਵਾਲੇ ਜ਼ੁਲਮ ਨਾਲ ਅਚੇਤੇ ਮਿਲਵਰਤਨ ਕਰਨ ਵਾਲੇ ਦੁੱਖ ਭੋਗ ਰਹੇ ਨੇ। ਕਮਜ਼ੋਰ ਦੀ ਕਮਜ਼ੋਰੀ ਉਸ ਦੇ ਨਿਰਬਲ ਦੀਨਹੀਣ ਖਿਆਲਾਂ ਦਾ ਸਦਕਾ ਹੈ, ਤੇ ਉਹਨਾਂ ਦੇ ਦੀਨਹੀਣ ਖਿਆਲ ਹੀ ਜ਼ਾਲਮ ਪੈਦਾ ਕਰਦੇ ਨੇ। ਜੇ ਗੁਲਾਮ ਬਿਰਤੀ ਵਾਲੇ ਕਾਇਰ ਨਾ ਹੋਣ ਤਾਂ ਜ਼ਾਲਮ ਕਿਵੇਂ ਪੈਦਾ ਹੋ ਸਕਦਾ ਹੈ। ਜਦ ਅਸੀਂ ਅਨਿਆਏ ਨੂੰ ਸਹਿਣ ਲਈ ਤਿਆਰ ਨਾ ਹੋਈਏ ਤਾਂ ਕੋਈ ਅਨਿਆਇਕਾਰੀ ਕਿਵੇਂ ਬਣ ਸਕਦਾ ਹੈ। ਜਿਸ ਨੇ ਕਮਜ਼ੋਰੀ ਹਟਾ ਦਿੱਤੀ, ਆਪਣੀ ਦੁਰਬਲਤਾ ਨੂੰ ਤਿਆਗ ਦਿੱਤਾ, ਆਪਣੇ ਆਪ ਨੂੰ ਪਵਿੱਤਰ ਕਰ ਲਿਆ, ਆਪਣੇ ਹਿਰਦੇ ਨੂੰ ਮਨ ਨੂੰ ਸ਼ੁੱਧ ਕਰ ਲਿਆ, ਸੁਆਰਥ ਖੁਦਗਰਜੀ ਨੂੰ ਤਿਆਗ ਦਿੱਤਾ, ਉਹ ਸੁਤੰਤਰ ਹੋ ਗਿਆ, ਆਜ਼ਾਦ ਹੋ ਗਿਆ। ਨਾ ਉਹ ਗੁਲਾਮ ਹੋ ਸਕਦਾ ਹੈ, ਨਾ ਜ਼ਾਲਮ ਹੋ ਸਕਦਾ ਹੈ। ਖਿਆਲਾਂ ਨੂੰ ਉਚੇਰਾ ਕਰਨ ਦੇ ਨਾਲ ਹੀ ਅਸੀਂ ਉੱਚੇ ਸੁੱਚੇ ਤੇ ਸੱਚੇ ਹੋ ਸਕਦੇ ਹਾਂ। ਖਿਆਲਾਂ ਦੀ ਉੱਚਤਾ ਸੁੱਚਤਾ ਦੁਆਰਾ ਹੀ ਅਸੀਂ ਜੇਤੂ ਹੋ ਸਕਦੇ ਹਾਂ ਤੇ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਜੇ ਅਸੀਂ ਆਪਣੇ ਖਿਆਲਾਂ ਨੂੰ ਉੱਚਾ ਸੁੱਚਾ ਨਾ ਕਰਾਂਗੇ, ਨੀਚ ਨਿਕੰਮੇ ਖਿਆਲਾਂ ਨੂੰ ਮਨ ਵਿੱਚ ਵਸਾਵਾਂਗੇ, ਤਾਂ ਅਸੀਂ ਦੁਰਬਲ, ਨਕਾਰੇ ਤੇ ਦੁਖੀਏ ਰਹਾਂਗੇ। ਕੁਰਬਾਨੀ ਬਿਨਾਂ, ਆਪਣਾ ਆਪਾ ਬਾਰੇ ਬਿਨਾਂ ਨਾ ਸਾਡੀ ਉੱਨਤੀ ਹੋ ਸਕਦੀ ਹੈ, ਨਾ ਕੰਮਕਾਰਾਂ ਦੇ ਵਿੱਚ ਸਫਲਤਾ ਪ੍ਰਾਪਤ ਹੋ ਸਕਦੀ ਹੈ। ਜਿਤਨਾ ਜ਼ਿਆਦਾ ਅਸੀਂ ਆਪਣੀ ਪਸ਼ੂ ਬਿਰਤੀਆਂ ਦੇ ਆਲ ਜੰਜਾਲ ਤੋਂ ਰਹਿਤ ਹੋਈਏ, ਆਪਣੇ ਕਾਰ ਵਿਹਾਰ ਦੀ ਉੱਨਤੀ ਦੇ ਸਾਧਨਾਂ ਪਰ ਆਪਣੇ ਮਨ ਨੂੰ ਟਿਕਾਈਏ ਤੇ ਆਪਣੇ ਇਰਾਦੇ ਨੂੰ ਦ੍ਰਿੜ ਕਰੀਏ, ਆਪਣਾ ਸਵੈ ਭਰੋਸਾ ਵਧਾਈਏ, ਉਤਨੀ ਹੀ ਜ਼ਿਆਦਾ ਸਫਲਤਾ ਸਾਨੂੰ ਸੰਸਾਰਕ ਵਿਹਾਰ ਦੇ ਵਿੱਚ ਪ੍ਰਾਪਤ ਹੋਵੇਗੀ। ਤੇ ਜਿਤਨਾ ਉਚੇਰਾ ਅਸੀਂ ਆਪਣੇ ਖਿਆਲਾਂ ਨੂੰ ਕਰੀਏ, ਜਿੱਡੇ ਜ਼ਿਆਦਾ ਅਸੀਂ ਸੂਰੇ ਸੁਖਣ ਦੇ ਪੂਰੇ ਸਰਲ ਸੁਭਾਅ ਦੇ ਸ੍ਰਿਸ਼ਟਾਚਾਰ ਵਾਲੇ ਹੋਈਏ,
ਉਨੇ ਹੀ ਜ਼ਿਆਦਾ ਸਾਡੀ ਸਫਲਤਾ ਹੋਵੇਗੀ ਤੇ ਸਾਡੀ ਸਫਲਤਾ ਆਨੰਦਮਈ ਅਤੇ ਢੇਰ ਚਿਰ ਰਹਿਣ ਵਾਲੀ ਸਾਬਤ ਹੋਵੇਗੀ। ਭਾਈ ਸਾਹਿਬ ਇੱਥੇ ਸਾਨੂੰ ਦੁਨਿਆਵੀ ਕੰਮਾਂ ਦੇ ਵਿੱਚ ਜਿਹੜੀ ਹੈ ਸਫਲਤਾ ਉਹਦੇ ਬਾਰੇ ਵੀ ਦੱਸ ਰਹੇ ਨੇ ਤੇ ਨਾਲ ਹੀ ਇਹੋ ਹੀ ਰੂਲ ਜਿਹੜਾ ਹੈ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਮਾਨਸਿਕ ਜਿਹੜੀ ਆ ਸਾਡੀ ਸਥਿਤੀ ਆ ਉਹਦੇ ਤੇ ਵੀ ਇਹੋ ਲਾਗੂ ਹੁੰਦਾ ਹੈ। ਮਾਨਸਿਕ ਮੰਡਲਾਂ ਦੀ ਸਫਲਤਾ ਇੰਟੈਲੈਕਚੁਅਲ ਅਚੀਵਮੈਂਟਸ ਤਦ ਪ੍ਰਾਪਤ ਹੁੰਦੀ ਹੈ ਜੇ ਗਿਆਨ ਦੀ ਸਚਾਈ ਦੀ ਖੋਜ ਦੀ ਲਗਨ ਹੋਵੇ ਤੇ ਜੀਵਨ ਦੀ ਪ੍ਰਕਿਰਤੀ ਦੀ ਸੁੰਦਰਤਾ ਤੇ ਸਤਤਾ ਦੀ ਭਾਲ ਕਰੀਏ। ਇਸ ਪ੍ਰਕਾਰ ਦੀ ਸਫਲਤਾ ਚਿਰੰਗ ਕਾਲ ਦੇ ਯਤਨ ਦੇ ਨਾਲ, ਕਠਨ ਘਾਲਾਂ ਘਾਲਣ ਦੇ ਨਾਲ ਤੇ ਸੁੱਚੇ ਪਰਸਵਾਰਥਕ ਖਿਆਲਾਂ ਬਿਰਤੀਆਂ ਦੁਆਰਾ ਪ੍ਰਾਪਤ ਹੁੰਦੀ ਹੈ। ਅਧਿਆਤਮਕ ਸਫਲਤਾ ਸ੍ਰੇਸ਼ਟ ਸਿੱਖਾਂ ਸੱਧਰਾਂ, ਆਤਮਕ ਤਾਂਘਾਂ, ਹਿਰਦੇ ਦੀਆਂ ਪਵਿੱਤਰ ਤਰਬਾਂ ਤੜਫਾਂ ਤੇ ਸੱਚੀਆਂ ਲਗਨਾਂ, ਅਰਜ਼ੋਈਆਂ, ਅਰਦਾਸਾਂ, ਆਰਾਧਨਾ ਦੁਆਰਾ ਪ੍ਰਾਪਤ ਹੁੰਦੀਆਂ ਨੇ ਤੇ ਜਿਸ ਦੇ ਮਨ ਵਿੱਚ ਹਿਰਦੇ ਦੇ ਵਿੱਚ ਉੱਚੇ ਪਵਿੱਤਰ ਖਿਆਲ, ਸੁੱਚੇ ਪਵਿੱਤਰ ਫੁਰਨੇ ਉਛਾਲੇ ਖਾਣ, ਲਹਿਰਾਂ ਮਾਰਨ, ਜੋ ਸਦਾ ਪਰਸਵਾਰਥਕ ਤੇ ਪਵਿੱਤਰ ਲੋਚਾਂ ਲੋਚੇ, ਉਹ ਤਾਂ ਅਵਾਸ਼ੀ ਸਿਆਣਾ, ਸ੍ਰੇਸ਼ਟ ਤੇ ਉੱਚਾ ਸੁੱਚਾ ਹੋ ਕੇ ਰਹੇਗਾ, ਆਨੰਦ ਮਾਣੇਗਾ ਅਤੇ ਪ੍ਰਭਾਵਸ਼ਾਲੀ ਹੋਵੇਗਾ। ਉਸ ਦਾ ਇਹ ਪਦਵੀ ਪ੍ਰਾਪਤ ਕਰਨਾ ਇਵੇਂ ਹੀ ਅਵਸ਼ ਤੇ ਨਿਰਸੰਦੇਹ ਹੈ ਜਿਵੇਂ ਸੂਰਜ ਦਾ ਸਿਖਰਾਂ ਤੇ ਪਹੁੰਚਣਾ ਤੇ ਚੰਨ ਦਾ ਪੂਰਨ ਹੋਣਾ। ਹਰ ਪ੍ਰਕਾਰ ਦੀ ਸਫਲਤਾ ਖਿਆਲ ਦਾ ਫਲ ਹੈ, ਖਿਆਲ ਦੀ ਹੀ ਕਰਾਮਾਤ ਹੈ, ਖਿਆਲ ਦਾ ਹੀ ਚਮਤਕਾਰ ਹੈ। ਜੇ ਸਾਡਾ ਇਰਾਦਾ ਪੱਕਾ ਹੈ, ਸਾਡਾ ਆਪਾ ਸਾਡੇ ਬਸ ਹੈ, ਜੇ ਅਸੀਂ ਸੱਚੇ ਸੁੱਚੇ ਹਾਂ, ਨੇਕ ਹਾਂ, ਜੇ ਸਾਡੇ ਖਿਆਲ ਸ਼ੁਭ ਨੇ ਤੇ ਅਸੀਂ ਉੱਨਤੀ ਪ੍ਰਾਪਤ ਕਰਾਂਗੇ, ਸਾਡੀ ਸਫਲਤਾ ਹੋਵੇਗੀ। ਜੇ ਅਸੀਂ ਪਸ਼ੂ ਸਮਾਨ ਹਾਂ, ਭਾਵ ਕਿ ਆਲਸੀ ਹਾਂ, ਮੰਦ ਆਚਾਰ ਵਾਲੇ ਹਾਂ, ਗਿਰੇ ਹੋਏ ਹਾਂ, ਭੱਬਲ ਭੂਸੇ ਖਾਂਦੇ ਹਾਂ, ਤਾਂ ਸਾਡੀ ਦਸ਼ਾ ਮੰਦੀ ਹੋਵੇਗੀ, ਅਸੀਂ ਨਿੱਘਰਦੇ ਜਾਵਾਂਗੇ। ਇਹ ਹੋ ਸਕਦਾ ਹੈ ਕਿ ਕੋਈ ਆਦਮੀ ਆਤਮ ਰਸ ਮਾਨਣ ਵਾਲਾ ਹੋਵੇ ਤੇ ਆਤਮ ਅਡਾਰੀਆਂ ਲਾਵੇ ਤੇ ਸਫਲਤਾ ਪ੍ਰਾਪਤ ਕਰ ਲਵੇ, ਪਰ ਫੇਰ ਜੇ ਕਦੀ ਉਸ ਦੇ ਮਨ ਵਿੱਚ ਮੰਦ, ਦੀਨਹੀਨ, ਸੁਆਰਥਕ, ਮਾੜੇ, ਹਉਮੈ ਪੂਰਤ ਖਿਆਲ ਸਮਾ ਜਾਣ ਤਾਂ ਉਹ ਅਵਸ਼ ਡਿੱਗੇਗਾ ਤੇ ਦੁਰਬਲ ਹੋ ਜਾਵੇਗਾ ਤੇ ਦੁਖੀ ਹੋਵੇਗਾ। ਇਹ ਦੇਖੋ ਜੀ, ਇਹ ਜਿਹੜੀ ਗੱਲ ਹੈ ਇਹ ਬਹੁਤ ਜਿਹੜੀ ਹੈ ਪੱਲੇ ਬੰਨਣ ਵਾਲੀ ਹੈ ਕਿ ਅਸੀਂ ਕਈ ਵਾਰੀ ਮਿਹਨਤ ਕਰ ਕਰਕੇ ਉੱਤੇ ਤੇ ਚੱਲ ਜਾਂਦੇ ਹਾਂ ਤੇ ਜਦੋਂ ਫਿਰ ਕਿਤੇ ਸਾਡੇ ਤੇ ਝਪਟਾ ਮਾਰਦੇ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਤੇ ਉਹ ਸਾਨੂੰ ਥੱਲੇ ਸਿੱਟ ਲੈਂਦੇ ਨੇ ਤੇ ਫਿਰ ਅਸੀਂ ਦੁਖੀ ਹੁੰਦੇ ਹਾਂ। ਉਹ ਤਾਂ ਸੁਭਾਵਿਕ ਹੀ ਹੈ। ਜੇ ਚੰਗੇ ਖਿਆਲਾਂ, ਵਿਚਾਰਾਂ, ਕਲਪਨਾ ਦੁਆਰਾ ਸਫਲਤਾ ਪ੍ਰਾਪਤ ਹੋ ਜਾਏ ਤਾਂ ਸਾਵਧਾਨ ਰਹੋ। ਇਹ ਉਹਨਾਂ ਦੀ ਜਿਹੜੀ ਹੈ ਹਦਾਇਤ ਹੈ। ਆਪਣੇ ਆਪ ਨੂੰ ਸੰਭਾਲ ਕੇ ਰੱਖੋ, ਆਪਣੇ ਆਪ ਤੇ ਤਕੜੀ ਕਰੜੀ ਨਜ਼ਰ ਰੱਖੋ, ਗਾਫਲ ਨਾ ਹੋ ਜਾਵੋ, ਨਹੀਂ ਤਾਂ ਫਿਰ ਡਿੱਗ ਪਵੋਗੇ। ਉੱਤੇ ਚੜ੍ਹ ਕੇ ਮਨੁੱਖ ਫੇਰ ਹੇਠਾਂ ਡਿੱਗ ਸਕਦਾ ਹੈ। ਜੇ ਤੁਸੀਂ ਆਪਣੀ ਦਸ਼ਾ ਨੂੰ ਨਹੀਂ ਸੁਧਾਰਨਾ ਚਾਹੁੰਦੇ ਤਾਂ ਬੇਸ਼ੱਕ ਆਪਣੇ ਖਿਆਲਾਂ ਨੂੰ ਨੀਵਾਂ ਤੇ ਅਪਵਿੱਤਰ ਰਹਿਣ ਦਿਓ। ਜੇ ਉਚੇਰੇ ਚੜ੍ਹਨ ਦੀ ਇੱਛਾ ਹੈ ਤਾਂ ਔਗਣ ਤਿਆਗੋ, ਮਨ ਨੂੰ, ਹਿਰਦੇ ਨੂੰ ਸ਼ੁੱਧ ਕਰੋ। ਜਿਤਨੇ ਪਵਿੱਤਰ ਹੋਵੋਗੇ ਉਤਨੀ ਸਫਲਤਾ ਬਾਹਲੀ ਹੋਵੇਗੀ ਤੇ ਵੱਧ ਤੋਂ ਵੱਧ ਰੰਗ ਮਾਣੋਗੇ, ਆਨੰਦ ਪ੍ਰਾਪਤੀ ਹੋਵੇਗੀ। ਤੇ ਲੇਖ ਅਜੇ ਥੋੜਾ ਲੰਬਾ ਹੈ, ਇੱਕ ਹੋਰ ਸ਼ਬਦ ਜਿਹੜਾ ਹੈ ਉਹ ਸਰਵਣ ਕਰਦੇ ਹਾਂ ਤੇ ਉਸ ਤੋਂ ਬਾਅਦ ਜਿਹੜਾ ਹੈ ਬਾਕੀ ਦਾ ਲੇਖ ਜਿਹੜਾ ਆਪ ਦੇ ਨਾਲ ਸਾਂਝਾ ਕਰਾਂਗੇ। ਬਿਨ ਗੁਰ ਪੂਰੇ ਨਾਹੀਂ ਉਦਾਰ ਬਾਬਾ ਨਾਨਕ ਆਖੇ, ਇਹੋ ਵਿਚਾਰ ਬਾਬਾ ਨਾਨਕ ਆਖੇ, ਇਹੋ ਵਿਚਾਰ ਬਾਬਾ ਨਾਨਕ ਆਖੇ। ਬਿਨ ਗੁਰ ਪੂਰੇ
ਜਪ ਗੋਬਿੰਦ ਗੋਪਾਲ ਲਾਲ ਜਪ ਗੋਬਿੰਦ ਗੋਪਾਲ ਲਾਲ ਰਾਮ ਨਾਮ ਸਿਮਰ ਤੂੰ ਜੀਵੈ ਰਾਮ ਨਾਮ ਰਾਮ ਨਾਮ ਸਿਮਰ ਤੂੰ ਜੀਵੈ ਫਿਰ ਨ ਕਾਈ ਮਹਾਕਾਲ ਫਿਰ ਨ ਕਾਈ ਮਹਾਕਾਲ ਬਿਨ ਗੁਰ ਪੂਰੈ ਨਾਹੀ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਬਾਬਾ ਨਾਨਕ ਆਖੈ ਕੋਟ ਜਨਮ ਭ੍ਰਮ 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 ਆਵਾਇਓ ਵੱਡਾ ਭਾਗ ਸਾਧ ਸੰਗ ਪਾਵਾਇਓ ਕੋਟ ਜਨਮ ਭ੍ਰਮ 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 ਆਵਾਇਓ ਵੱਡਾ ਭਾਗ ਸਾਧ ਸੰਗ ਪਾਇਓ ਵੱਡਾ ਭਾਗ ਸਾਧ ਸੰਗ ਪਾਇਓ ਵੱਡਾ ਭਾਗ ਸਾਧ ਸੰਗ ਪਾਇਓ ਬਿਨ ਗੁਰ ਪੂਰੈ ਨਾਹੀ ਉਦਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਬਾਬਾ ਨਾਨਕ ਆਖੈ ਇਹੋ ਵਿਚਾਰ ਬਾਬਾ ਨਾਨਕ ਆਖੈ ਬਾਬਾ ਨਾਨਕ ਆਖੈ ਇਹੋ ਵਿਚਾਰ 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 ਬਾਬਾ ਬਾਬਾ ਨਾਨਕ ਇਹੋ ਵਿਚਾਰ ਬਾਬਾ ਹਾਂਜੀ ਇਹ ਸਨ ਭਾਈ ਮਨਪ੍ਰੀਤ
ਧਨ ਕਹੋ ਸਭ ਹਾਂਜੀ, ਇਹ ਸਨ ਭਾਈ ਮਨਪ੍ਰੀਤ ਸਿੰਘ ਜੀ, ਜਿਨ੍ਹਾਂ ਦੀ ਆਵਾਜ਼ ਦੇ ਵਿੱਚ ਅਸੀਂ ਸ਼ਬਦ ਸਰਵਨ ਕੀਤਾ ਤੇ ਇਸ ਸ਼ਬਦ ਤੋਂ ਪਹਿਲਾਂ ਅਸੀਂ ਇੱਕ ਲੇਖ ਅੱਧ ਤੱਕ ਪਹੁੰਚੇ ਸਾਂ, ਜਿਹਦਾ ਸ਼ੀਰਸ਼ਕ ਸੀ ਸਾਡੀ ਸਫਲਤਾ ਦਾ ਸਾਡੇ ਵਿਚਾਰਾਂ ਨਾਲ ਸੰਬੰਧ, ਤੇ ਉਸ ਨੂੰ ਸ਼ਬਦ ਦਿੱਤੇ ਨੇ ਭਾਈ ਰਘਵੀਰ ਸਿੰਘ ਜੀ ਵੀਰ ਨੇ। ਤੇ ਉਸੇ ਲੇਖ ਨੂੰ ਅਸੀਂ ਅੱਗੇ ਵਧਾਉਂਦੇ ਹਾਂ। ਭਾਈ ਸਾਹਿਬ ਨੇ ਸਾਨੂੰ ਸਮਝਾਇਆ ਕਿ ਕਿਵੇਂ ਜਿਹੜੇ ਵਿਚਾਰ ਨੇ ਉਹ ਸਾਡੀ ਸਫਲਤਾ ਦੇ ਵਿੱਚ ਉਹਨਾਂ ਦਾ ਸੰਬੰਧ ਹੈ ਤੇ ਕਿਵੇਂ ਉਹਨੂੰ ਪ੍ਰਭਾਵਿਤ ਕਰਦੇ ਨੇ। ਤੇ ਉਹ ਦੱਸਦੇ ਨੇ ਕਿ ਕਿਵੇਂ ਜੇ ਕੋਈ ਬੰਦਾ ਨਿਰਬਲ ਹੈ, ਕੋਈ ਕਮਜ਼ੋਰ ਹੈ ਬੰਦਾ, ਦੂਸਰਾ ਜਿਹੜਾ ਤਕੜਾ ਬੰਦਾ ਉਹਦੀ ਜਿਹੜੀ ਆ ਉਹਦੀ ਹੈਲਪ ਵੀ ਕਰਨਾ ਚਾਹਵੇ ਤੇ ਜਿੰਨਾ ਮਰਜ਼ੀ ਉਹ ਜ਼ੋਰ ਲਗਾ ਲਵੇ, ਪਰ ਜਿੰਨਾ ਚਿਰ ਜਿਹੜਾ ਹੈ ਉਹ ਬੰਦਾ ਜਿਹੜਾ ਨਿਰਬਲ ਹੈ, ਜਿਹੜਾ ਕਮਜ਼ੋਰ ਹੈ, ਉਹ ਆਪਣੇ ਤੌਰ ਦੇ ਉੱਤੇ ਯਤਨ ਨਹੀਂ ਕਰਦਾ, ਆਪਣੇ ਵਿਚਾਰਾਂ ਦੇ ਵਿੱਚ ਤਬਦੀਲੀ ਨਹੀਂ ਲਿਆਉਂਦਾ, ਉਹਦੀ ਜਿਹੜੀ ਹਾਲਤ ਜਿਹੜੀ ਆ ਸੁਧਰਨੀ ਜਿਹੜੀ ਹੈ ਪੋਸੀਬਲ ਨਹੀਂ ਹੈਗੀ। ਤੇ ਇਸੇ ਤਰ੍ਹਾਂ ਉਹਨਾਂ ਨੇ ਸਾਨੂੰ ਇਹਦੇ ਵਿੱਚ ਇਹ ਵੀ ਗੱਲ ਦੱਸੀ ਸੀ ਕਿ ਅਸੀਂ ਮਿਹਨਤ ਕਰ ਕਰਕੇ ਐਨ ਉੱਤੇ ਪਹੁੰਚ ਜਾਈਏ, ਚਾਹੇ ਦੁਨਿਆਵੀ ਵਪਾਰ ਹੋਵੇ ਕੋਈ, ਚਾਹੇ ਆਤਮਿਕ ਜਿਹੜੀ ਹੈ ਸਾਡੀ ਸਥਿਤੀ ਹੈ, ਜਿਹੜੀ ਹੈ ਅਵਸਥਾ ਹੈ, ਉਹਦੇ ਵਿੱਚ ਸਾਨੂੰ ਬਹੁਤ ਸਾਵਧਾਨ ਰਹਿਣਾ ਪੈਂਦਾ ਜਦੋਂ ਅਸੀਂ ਉੱਤੇ ਜਿੱਦਾਂ ਜਾਂਦੇ ਹਾਂ। ਤੇ ਸਾਡੀ ਬੇਪਰਵਾਹੀ ਜਾਂ ਗਲਤੀ ਜਿਹੜੀ ਹੈ ਉਹਦੇ ਜਿਹੜੇ ਆ ਕੌਨਸੀਕੁਐਂਸ ਹੈ, ਉਹਦੇ ਨਤੀਜੇ ਜਿਹੜੇ ਹੈ ਉਹ ਬਹੁਤ ਜਿਹੜੇ ਹੈ ਵੱਡੇ ਹੋ ਸਕਦੇ ਨੇ। ਇਹ ਗੱਲ ਸੱਚ ਹੈ, ਭਾਵੇਂ ਅਸੀਂ ਕੋਈ ਵਪਾਰ ਆ ਬੜੇ ਔਖੇ ਹੋ ਕੇ ਵਪਾਰ ਜਿਹੜਾ ਸਿਰੇ ਤੇ ਲਗਾਏ ਆ ਤੇ ਕੋਈ ਏਦਾਂ ਦੀ ਗਲਤੀ ਕਰ ਲਈ ਜਿਹਦੇ ਨਾਲ ਜਿਹੜਾ ਹੈ ਇੱਕਦਮ ਜਿਹੜਾ ਥੱਲੇ ਬੰਦਾ ਡਿੱਗ ਪੈਂਦਾ ਹੈ। ਤੇ ਇਹੀ ਦਸ਼ਾ ਜਿਹੜੀ ਹੈ ਸਾਡੀ ਆਤਮਿਕ ਦਸ਼ਾ ਦੀ ਵੀ ਗੱਲ ਜਿਹੜੀ ਹੈ। ਤੇ ਅੱਗੇ ਭਾਈ ਸਾਹਿਬ ਸਾਨੂੰ ਇਹ ਦੋ ਪੰਕਤੀਆਂ ਗੁਰਬਾਣੀ ਦੇ ਵਿੱਚੋਂ ਸਾਡੇ ਸਨਮੁਖ ਕਰਦੇ ਨੇ। ਫਲ ਤੇ ਵਹਿ ਉਹ ਪਾਈਐ ਜੇ ਵੇਹੀ ਕਾਰ ਕਮਾਈਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 468 ਤੇ ਫਿਰ ਅੰਗ 78 ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੈ ਸੋ ਖਾਤ। ਦੁੱਖ ਦਾਰੂ ਹੈ ਤੇ ਦੁੱਖ ਤਾਂ ਆਵਦਾ ਹੀ ਸਾਨੂੰ ਸ਼ੁੱਧ ਅਤੇ ਪਵਿੱਤਰ ਕਰਨ ਲਈ ਹੈ। ਦੁੱਖ ਸਾਡੀ ਅਪਵਿੱਤਰਤਾ ਨੂੰ ਸਾੜਨ ਫੂਕਣ ਲਈ, ਸਾਡੀ ਦੁਰਮਤ ਨੂੰ ਨਾਸ਼ ਕਰਨ ਲਈ ਆਉਂਦਾ ਹੈ। ਜੋ ਪਵਿੱਤਰ ਹੋ ਗਿਆ ਹੈ ਉਸ ਨੂੰ ਦੁੱਖ ਕਿੱਥੇ ਤੇ ਕਿਹੜੀ ਗੱਲ ਦਾ? ਉਹ ਤਾਂ ਜੀਵਨ ਮੁਕਤ ਹੋ ਗਿਆ, ਦੁੱਖ ਤੋਂ ਰਹਿਤ ਹੋ ਗਿਆ, ਉਸ ਲਈ ਦੁੱਖ ਨਹੀਂ ਰਹਿੰਦਾ। ਜਦ ਸੋਨਾ ਨਿਰੋਲ ਖਾਲਸ ਹੋਵੇ, ਖੋਟ ਨਾ ਹੋਵੇ, ਤਾਂ ਫਿਰ ਉਸ ਨੂੰ ਗਾਲਣ ਦੀ ਲੋੜ ਨਹੀਂ ਰਹਿੰਦੀ। ਤੇ ਜੋ ਪਵਿੱਤਰ ਆਤਮਾ ਹੈ ਉਸ ਲਈ ਦੁੱਖ ਕਿੱਥੇ? ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹੀਂ ਵਿਯੋਗ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 275 ਅੰਗ। ਦੁੱਖ ਤੇ ਦੁਖੀ ਕਰਨ ਵਾਲੇ ਹਾਲਾਤ ਤਾਂ ਹੀ ਵਾਪਰਦੇ ਨੇ ਜੇ ਸਾਡਾ ਮਨ ਈਸ਼ਵਰੀ ਨਿਯਮਾਂ ਦੇ ਨਾਲ ਇੱਕ ਸੁਰ ਨਾ ਹੋਵੇ। ਜੇ ਸਾਡਾ ਮਨ ਅਟਲ ਨਿਯਮਾਂ ਦੇ ਨਾਲ ਇੱਕ ਸੁਰ ਹੈ ਤਾਂ ਅਵਸ਼ ਹੀ ਆਨੰਦ ਪ੍ਰਾਪਤ ਹੋਵੇਗਾ ਤੇ ਆਨੰਦਮਈ ਹਾਲਾਤ ਵਾਪਰਨਗੇ। ਮਾਇਕ ਪਦਾਰਥਾਂ ਦੇ ਨਾਲ ਨਹੀਂ, ਬਲਕਿ ਆਨੰਦ ਤਾਂ ਸ਼ਾਂਤੀ ਦੇ ਮਾਪ ਦੇ ਨਾਲ, ਖਿਆਲਾਂ ਦਾ ਸ੍ਰੇਸ਼ਟ ਹੋਣ ਦਾ ਜਾਂ ਨਖਿੱਧ ਹੋਣ ਦਾ ਪਤਾ ਲੱਗਦਾ ਹੈ। ਦੁਖੀ ਹੋਣਾ ਨਖਿੱਧ ਤੇ ਮਾੜੇ ਖਿਆਲਾਂ ਦੀ ਨਿਸ਼ਾਨੀ ਹੈ। ਹੋ ਸਕਦਾ ਹੈ ਕਿ ਆਦਮੀ ਧਨਾੜ ਹੁੰਦਿਆਂ ਵੀ ਦੁਖੀ ਹੋਵੇ। ਤੇ ਸਤਿਗੁਰੂ ਜੀ ਦੀ ਬਾਣੀ ਤਾਂ ਸਾਨੂੰ ਉਪਦੇਸ਼ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਇਹ ਵੀ ਹੁੰਦਾ ਹੈ ਕਿ ਧਨ ਨਹੀਂ ਤੇ ਫੇਰ ਵੀ ਆਦਮੀ ਆਨੰਦ ਦੇ ਵਿੱਚ ਹੈ। ਜੇ ਅਸੀਂ ਧਨ ਦੀ ਸਹੀ ਵਰਤੋਂ ਕਰੀਏ ਤਾਂ ਆਨੰਦ ਤੇ ਧਨ ਦਾ ਜੋੜ ਮੇਲ ਢੁੱਕਦਾ ਫੱਬਦਾ ਹੈ। ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਗ 1246। ਗਰੀਬ ਆਦਮੀ ਨੂੰ ਤਾਂ ਹੀ ਦੁਖੀ ਜਾਣੋ ਜੇ ਉਹ ਗਰੀਬੀ ਨੂੰ ਦੁੱਖ ਨੂੰ ਮੰਨੇ ਤੇ ਸਮਝੇ ਕਿ ਗਰੀਬੀ ਦਾ ਭਾਰ ਉਸ ਤੇ ਲੱਦ ਕੇ ਉਸ ਦੇ ਨਾਲ ਅਨਿਆਏ ਕੀਤਾ ਗਿਆ ਹੈ। ਅਤ ਗਰੀਬੀ ਦੁਖਦਾਈ ਹੈ। ਐਸ਼ ਪ੍ਰਸਤੀ ਤੇ ਅਯੋਗ ਭੋਗ ਵੀ ਦੁੱਖ ਦਾ ਕਾਰਨ ਨੇ।
ਦੋਵੇਂ ਇਸ ਗੱਲ ਦੀ ਨਿਸ਼ਾਨੀ ਨੇ ਕਿ ਸਾਡੀ ਮਾਨਸਿਕ ਅਵਸਥਾ, ਸਾਡੇ ਖਿਆਲ, ਸਾਡੇ ਵਿਚਾਰ ਮਾੜੇ ਨੇ। ਆਦਮੀ ਦੀ ਮਾਨਸਿਕ ਦਸ਼ਾ ਤਾਂ ਹੀ ਠੀਕ ਜਾਣੋ ਜੇ ਉਹ ਆਨੰਦ ਦੇ ਵਿੱਚ ਹੈ, ਅਰੋਗ ਹੈ, ਸੁਖਾਲਾ ਹੈ। ਆਦਮੀ ਆਨੰਦ ਪ੍ਰਸੰਨ, ਅਰੋਗ ਤੇ ਸੁਖਾਲਾ ਤਾਂ ਹੀ ਹੁੰਦਾ ਹੈ ਜੇ ਸਾਡਾ ਮਨ ਤੇ ਸਾਡਾ ਚੌਗਿਰਦਾ ਤੇ ਸਾਡੇ ਬਾਹਰ ਦੇ ਹਾਲਤ ਇੱਕ ਸੁਰ ਹੋਣ। ਮਨੁੱਖ ਨੂੰ ਤਾਂ ਹੀ ਮਨੁੱਖ ਜਾਣੋ ਜਦ ਉਹ ਨਾ ਰੋਵੇ, ਕੁਰਲਾਵੇ, ਨਾ ਕਿਸੇ ਨੂੰ ਦੋਸ਼ ਦੇਵੇ ਤੇ ਇਸ ਗੱਲ ਦੀ ਖੋਜ ਕਰੇ ਕਿ ਅਟਲ ਨਿਯਮਾਂ ਦੀ ਕਾਰ ਕਿਵੇਂ ਹੋ ਰਹੀ ਹੈ ਤੇ ਕਿਵੇਂ ਈਸ਼ਵਰੀ ਕਾਨੂੰਨ ਨਿਆਂਕਾਰੀ ਨੇ। ਉਸ ਦੇ ਜੀਵਨ ਵਿੱਚ ਨਿਆਂ ਹੋ ਰਿਹਾ ਹੈ। ਜਦ ਆਦਮੀ ਅਟਲ ਦੇਵੀ ਨਿਯਮਾਂ ਅਨੁਸਾਰ ਚੱਲੇ ਤਾਂ ਉਹ ਕਿਸੇ ਨੂੰ ਦੋਸ਼ ਨਹੀਂ ਦਿੰਦਾ ਤੇ ਸ੍ਰੇਸ਼ਟ ਪਵਿੱਤਰ ਖਿਆਲਾਂ ਦੁਆਰਾ, ਪਵਿੱਤਰ ਹਿਰਦੇ ਤੇ ਸ਼ੁੱਧ ਮਨ ਦੁਆਰਾ ਪੱਕੇ ਪੈਰਾਂ ਤੇ ਖਲੋਂਦਾ ਹੈ ਤੇ ਆਨੰਦ ਮਾਣਦਾ ਹੈ। ਫਿਰ ਉਹ ਹਾਲਾਤ ਲਈ ਦੇ ਨਾਲ ਟੱਕਰ ਲਾਉਣ ਦੀ ਥਾਂ ਉਹਨਾਂ ਨੂੰ ਆਪਣੀ ਉੱਨਤੀ ਦਾ, ਆਪਣੇ ਸੁਧਾਰ ਦਾ ਵਸੀਲਾ ਬਣਾਉਂਦਾ ਹੈ ਤੇ ਉਹਨਾਂ ਦੁਆਰਾ ਆਪਣੀ ਲੁਕੀ ਛਿਪੀ ਅੰਦਰਲੀ ਸ਼ਕਤੀ ਨੂੰ ਖੋਜਦਾ, ਵਰਤਦਾ ਤੇ ਆਨੰਦਿਤ ਹੁੰਦਾ ਹੈ। ਸੰਸਾਰ ਤਾਂ ਧਰਮ ਅਨੁਸਾਰ, ਅਟਲ ਈਸ਼ਵਰੀ ਨਿਯਮ ਕਾਨੂੰਨ ਅਨੁਸਾਰ ਚੱਲਦਾ ਹੈ। ਅਨਿਆਏ ਨਹੀਂ, ਅੰਧੇਰਗਰਦੀ ਨਹੀਂ, ਬੇਥਵੀ ਗੜਬੜ ਜਾਂ ਖੱਪ ਨਹੀਂ, ਨਿਆਂ ਹੀ ਮਨੁੱਖੀ ਜੀਵਨ ਨੂੰ ਚਲਾ ਰਿਹਾ ਹੈ। ਧਰਮ ਨਿਆਂ ਹੀ ਸੰਸਾਰ ਦਾ ਆਧਾਰ, ਆਸਰੇ ਦਾ ਥੰਮ ਹੈ। ਧਰਮ ਹੀ ਸੰਸਾਰ ਦੀ ਆਤਮਾ ਹੈ। ਧਰਮ ਦਾ ਅਟਲ ਕਾਨੂੰਨ ਹੈ ਤੇ ਸੰਸਾਰ ਦੀ ਕਲਾ ਨੂੰ ਚਲਾਉਂਦਾ ਹੈ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਈਸ਼ਵਰੀ ਕਾਨੂੰਨ ਅਟਲ ਹੈ ਤੇ ਮਨੁੱਖ ਨੂੰ ਆਪਣਾ ਸੁਧਾਰ ਕਰਨ ਦੀ ਲੋੜ ਹੈ। ਜਦ ਸਾਡਾ ਮਨ ਸ਼ੁੱਧ ਹੋ ਗਿਆ ਤਾਂ ਸਭ ਸੰਸਾਰ ਭਲਾ ਲੱਗਦਾ ਹੈ। ਇੱਥੇ ਭਾਈ ਸਾਹਿਬ ਜਿਹੜੀ ਹੈ ਉਦਾਹਰਨ ਦਿੰਦੇ ਨੇ, ਯੁਧਿਸ਼ਠਰ ਨੂੰ ਕਹਿੰਦੇ ਨੇ, ਕ੍ਰਿਸ਼ਨ ਜੀ ਨੇ ਕਿਹਾ ਸੀਗਾ ਵੀ ਦੋਹਾਂ ਨੂੰ ਭੇਜਿਆ ਸੀ, ਦੁਰਯੋਧਨ ਤੇ ਯੁਧਿਸ਼ਠਰ ਨੂੰ, ਨਿਗਾਹ ਮਾਰ ਕੇ ਆਓ, ਕੋਈ ਬੰਦਾ ਜਿਹੜਾ ਹੈ ਲੱਭ ਕੇ ਲਿਆਓ। ਤੇ ਕਹਿੰਦੇ ਨੇ ਯੁਧਿਸ਼ਠਰ ਨੂੰ ਕੋਈ ਮਾੜਾ ਨਾ ਦੱਸਿਆ ਤੇ ਅਖੀਰ 'ਚ ਕਹਿੰਦਾ ਜੀ ਸਾਰਿਆਂ ਨੂੰ ਮਾੜਾ ਤਾਂ ਮੈਂ ਹੀ ਹਾਂ। ਤੇ ਦੁਰਯੋਧਨ ਨੂੰ ਕੋਈ ਚੰਗਾ ਨਾ ਦੱਸਿਆ ਤਾਂ ਕਹਿੰਦਾ ਜੀ ਮੈਂ ਹੀ ਸਾਰਿਆਂ ਨੂੰ ਚੰਗਾ ਹਾਂ। ਸੋ ਆਪ ਭਲੇ ਜਗ ਭਲਾ। ਜਦ ਅਸੀਂ ਆਪਣਾ ਸੁਧਾਰ ਕਰਨ ਲੱਗ ਜਾਈਏ, ਅਸੀਂ ਵੇਖਾਂਗੇ ਕਿ ਜਿਉਂ-ਜਿਉਂ ਅਸੀਂ ਸ਼ੁੱਧ ਪਵਿੱਤਰ ਹੁੰਦੇ ਹਾਂ, ਤਿਉਂ-ਤਿਉਂ ਹਾਲਾਤ ਤੇ ਲੋਕੀ ਵੀ ਸਾਡੇ ਅਨੁਸਾਰ ਹੀ ਹੁੰਦੇ ਚੱਲੇ ਜਾਂਦੇ ਨੇ। ਇਸ ਸਚਾਈ ਨੂੰ ਹਰ ਕੋਈ ਆਪ ਪਰਖ ਸਕਦਾ ਹੈ। ਹਰ ਕੋਈ ਆਪ ਪੜਚੋਲ ਕਰਕੇ, ਆਪਣੇ ਅੰਦਰ ਦੀ ਖੋਜ ਕਰਕੇ, ਪਰਤਾ ਕੇ ਆਪ ਹੀ ਅਜਮਾ ਸਕਦਾ ਹੈ। ਆਪਣੇ ਮਨ ਨੂੰ ਮੂਲੋਂ ਸ਼ੁੱਧ ਕਰੋ, ਆਪਣੇ ਖਿਆਲਾਂ ਨੂੰ ਪਵਿੱਤਰ ਕਰੋ, ਆਪਣੇ ਹਿਰਦੇ ਨੂੰ ਨਿਰਮਲ ਕਰੋ। ਫਿਰ ਤੁਸੀਂ ਵੇਖ ਕੇ ਹੈਰਾਨ ਹੋਵੋਗੇ ਕਿ ਕਿਵੇਂ ਛੇਤੀ ਤੁਹਾਡੇ ਹਾਲਾਤ ਪਲਟਾ ਖਾ ਰਹੇ ਨੇ, ਤੁਹਾਡੇ ਅਨੁਸਾਰ ਹੀ ਹੋ ਰਹੇ ਨੇ। ਅਸੀਂ ਸਮਝਦੇ ਹਾਂ ਕਿ ਸਾਡੇ ਖਿਆਲ ਛੁਪੇ ਲੁਕੇ ਰਹਿੰਦੇ ਨੇ, ਕੋਈ ਵੇਖ ਨਹੀਂ ਸਕਦਾ, ਪਰ ਇਹ ਸਾਡੀ ਭੁੱਲ ਹੈ। ਸਾਡੇ ਖਿਆਲ ਸਾਡੀਆਂ ਖਸਲਤਾਂ, ਆਦਤਾਂ, ਬਾਦੀਆਂ ਦੇ ਰੂਪ ਦੇ ਵਿੱਚ ਪ੍ਰਗਟ ਹੋ ਜਾਂਦੇ ਨੇ ਤੇ ਸਾਡੀਆਂ ਖਸਲਤਾਂ ਹੀ ਸਾਡੇ ਹਾਲਾਤ ਘੜਦੀਆਂ ਨੇ। ਪਸ਼ੂ ਬਿਰਤੀਆਂ ਹੀ ਸਾਨੂੰ ਸ਼ਰਾਬੀ ਤੇ ਭੋਗੀ ਬਣਾਉਂਦੀਆਂ ਨੇ। ਹਰ ਪ੍ਰਕਾਰ ਦੇ ਮੰਦ ਮਲੀਨ ਖਿਆਲ ਮਾੜੂਆਂ ਕਾਇਰਾਂ ਦੀਆਂ ਬਾਦੀਆਂ ਪੈਦਾ ਕਰਦੇ ਨੇ। ਇਹ ਬਾਦੀਆਂ ਮਾੜੇ ਦੁਖਦਾਈ ਹਾਲਾਤ ਬਣਾਉਂਦੀਆਂ ਨੇ। ਡਰ, ਸ਼ੰਕੇ ਤੇ ਬੇਦਿਲੀਆਂ ਦੇ ਖਿਆਲ ਦੀਨਾਂ, ਹੀਨਾਂ, ਨਿਕਾਰਿਆਂ ਬਾਦੀਆਂ ਘੜਦੇ ਨੇ ਤੇ ਇਹ ਬਾਦੀਆਂ ਕੰਗਾਲਤਾ, ਹਾਰ, ਕਾਇਰਤਾ ਦੀਆਂ ਮਾਵਾਂ ਨੇ। ਆਲਸੀ ਖਿਆਲ ਦਲਿੱਦਰ ਤੇ ਅਧਰਮ ਦੀਆਂ ਬਾਦੀਆਂ ਪੈਦਾ ਕਰਦੇ ਨੇ ਤੇ ਇਹ ਬਾਦੀਆਂ ਭਿੱਖਿਆ ਮੰਗਵਾਉਂਦੀਆਂ ਨੇ, ਕੁਕਰਮ ਕਰਾਉਂਦੀਆਂ ਨੇ। ਘਿਰਣਾ ਤੇ ਨਫ਼ਰਤ ਦੇ ਖਿਆਲਾਂ ਦੇ ਨਾਲ ਦੋਸ਼ ਦੇਣ ਦੀ ਆਦਤ ਪੱਕਦੀ ਹੈ। ਆਦਮੀ ਹਿੰਸਾਵਾਦੀ ਹੁੰਦਾ ਹੈ ਤੇ ਦੂਜਿਆਂ ਤੇ ਧੱਕਾਜੋਰੀ ਕਰਦਾ ਹੈ ਤੇ ਦੁੱਖ ਤਸੀਹੇ ਦਿੰਦਾ ਹੈ। ਹਰ ਪ੍ਰਕਾਰ ਦੇ ਸਵਾਰਥੀ ਖਿਆਲ ਸਾਨੂੰ ਸਵਾਰਥੀ, ਲੋਭੀ, ਖੁਦਗਰਜ਼ ਬਣਾਉਂਦੇ ਨੇ। ਸਾਡੇ ਲਈ ਉਹ ਹਾਲਾਤ ਪੈਦਾ ਕਰਦੇ ਨੇ ਜੋ ਅਤ ਦੁਖਦਾਈ ਸਾਬਤ ਹੁੰਦੇ ਨੇ। ਇਸ ਦੇ ਉਲਟ ਹਰ ਪ੍ਰਕਾਰ ਦੇ ਸੁੰਦਰ ਸ਼ੁਭ ਖਿਆਲ ਮਿਹਰ, ਪਿਆਰ ਦੀਆਂ ਆਦਤਾਂ ਬਣਾਉਂਦੇ ਨੇ ਤੇ ਇਹ ਆਦਤਾਂ ਸਾਡੇ ਅਨੁਸਾਰੀ ਹਾਲਤ ਪੈਦਾ ਕਰਦੀਆਂ ਨੇ। ਸ਼ੁੱਧ ਖਿਆਲ, ਸੰਜਮ, ਜਤ, ਸਤ, ਪਵਿੱਤਰਤਾ ਦੀਆਂ ਆਦਤਾਂ
ਦਿੰਦੇ ਨੇ ਤੇ ਇਹਨਾਂ ਦੁਆਰਾ ਸ਼ਾਂਤੀ ਤੇ ਸੁੱਖ ਦੇ ਹਾਲਾਤ ਪ੍ਰਗਟ ਹੁੰਦੇ ਨੇ। ਸੂਰਬੀਰਤਾ, ਸਵੈਮਾਨ ਤੇ ਪੁਰਸ਼ਾਰਥ ਦੇ ਵਿਚਾਰ ਖਿਆਲ ਮਰਦਾਊਪਣ ਪੈਦਾ ਕਰਦੇ ਨੇ। ਕਾਰ ਵਿਹਾਰ ਵਿੱਚ ਸਫਲਤਾ, ਬਹੁਲਤਾ, ਸੁਤੰਤਰਤਾ ਪੈਦਾ ਕਰਦੇ ਨੇ। ਉਦਮ ਤੇ ਖਿਆਲ, ਸਫਾਈ ਤੇ ਮਿਹਨਤ ਦੀਆਂ ਆਦਤਾਂ ਅਪਣਾਉਂਦੇ ਨੇ। ਸਾਡੇ ਅਨਸਾਰੀ ਚੁਗਿਰਦਾ ਪ੍ਰਗਟ ਕਰਦੇ ਨੇ। ਨਿਮਰਤਾ ਤੇ ਖਿਮਾ ਦੇ ਖਿਆਲ ਨਿਮਰਤਾ ਦੀ ਆਦਤ ਬਣਾਉਂਦੇ ਨੇ ਤੇ ਅਜਿਹੇ ਹਾਲਾਤ ਪੈਦਾ ਕਰਦੇ ਨੇ ਕਿ ਜਗਤ ਸਾਡਾ ਸਹਾਈ ਹੁੰਦਾ ਹੈ। ਪਰਮ ਤੇ ਪਰਸਵਾਰਥ ਦੇ ਖਿਆਲ ਸਾਨੂੰ ਆਪਾ ਤਿਆਗ ਦੀ ਆਦਤ ਪਾਉਂਦੇ ਨੇ। ਫਿਰ ਉਹ ਹਾਲਾਤ ਪੈਦਾ ਹੁੰਦੇ ਨੇ ਜਿਨ੍ਹਾਂ ਦੁਆਰਾ ਅਸੀਂ ਸੁਖਾਲੇ ਤੇ ਆਨੰਦਮਈ ਹੋ ਜਾਈਦਾ ਹੈ। ਜੇ ਖਿਆਲ ਕੁਝ ਚਿਰ ਸਾਡੇ ਮਨ ਵਿੱਚ ਵਸੇ, ਆਚਰਣ ਤੇ ਸਾਡੇ ਹਾਲਾਤ ਦੇ ਉੱਤੇ ਅਵਸ਼ ਪ੍ਰਭਾਵ ਪਾਉਂਦੇ ਨੇ। ਆਦਮੀ ਆਪਣੇ ਖਿਆਲ ਚੰਗੇ ਰੱਖੇ ਤਾਂ ਉਸਦੇ ਹਾਲਾਤ ਆਪ ਚੰਗੇ ਹੋਣਗੇ। ਜਿਸ ਕਿਸਮ ਦੇ ਖਿਆਲ ਕਿਸੇ ਦੇ ਮਨ ਵਿੱਚ ਪ੍ਰਬਲ ਹੋਣ, ਉਸ ਦੇ ਅਨੁਸਾਰ ਮੌਕੇ ਤੇ ਹਾਲਾਤ ਪੈਦਾ ਹੋ ਜਾਣਗੇ। ਉਹਨਾਂ ਹਾਲਾਤਾਂ ਦੁਆਰਾ ਆਦਮੀ ਦੀਆਂ ਚੰਗੀਆਂ ਤੇ ਮੰਦੀਆਂ ਖਸਲਤਾਂ, ਉਸ ਦੇ ਗੁਣ ਔਗਣ ਪ੍ਰਗਟ ਹੋ ਜਾਂਦੇ ਨੇ। ਮੰਦ ਖਿਆਲ ਇਸ ਲਈ ਤਿਆਗ ਦਿਓ ਤੇ ਸਭ ਜੱਗ ਤੁਹਾਨੂੰ ਪਿਆਰੇਗਾ, ਸਤਿਕਾਰੇਗਾ, ਅਪਣਾਏਗਾ ਤੇ ਆਪ ਦਾ ਸਾਥੀ ਤੇ ਸਹਾਈ ਹੋਵੇਗਾ। ਆਪਣੇ ਪਾਮਰ, ਮਾੜੇ, ਦੀਨ ਖਿਆਲ ਛੱਡ ਕੇ ਦਿਓ ਤਾਂ ਵੇਖੋਗੇ ਕਿ ਤੁਹਾਡੀ ਸਹਾਇਤਾ ਲਈ ਚਾਰ ਚੁਫੇਰੇ, ਚੰਗੇ ਮੌਕੇ ਤੇ ਚੰਗੇ ਹਾਲਾਤ ਪੈਦਾ ਹੋ ਜਾਣਗੇ। ਖਿਆਲ ਸ਼ੁੱਧ ਰੱਖੋ ਤਾਂ ਦੁੱਖ ਦਲਿੱਦਰ ਕੱਟੇ ਜਾਣਗੇ। ਜੱਗ ਮਾਨੋ ਰੰਗ ਬਰੰਗੀਆਂ ਮੂਰਤਾਂ ਦਾ ਤਮਾਸ਼ਾ ਹੈ ਤੇ ਹਰ ਘੜੀ ਨਿਤ ਨਵੀਆਂ ਮੂਰਤਾਂ ਅੱਖਾਂ ਅੱਗੇ ਆਉਂਦੀਆਂ ਨੇ ਤੇ ਇਹ ਸਭ ਤਮਾਸ਼ਾ ਤੁਹਾਡੇ ਆਪਣੇ ਨਿਤ ਨਵੇਂ ਖਿਆਲਾਂ ਦੀਆਂ ਤਸਵੀਰਾਂ ਨੇ। ਸਤਿਗੁਰੂ ਜੀ ਦੀ ਬਾਣੀ ਫਰਮਾਉਂਦੀ ਹੈ, ਜੋ ਇੱਛੈ ਸੋਈ ਫਲ ਪਾਵੇ, ਸਗਲ ਮਨੋਰਥ ਮਨ ਹੀ ਮਾਹੇ। ਮਾਫ ਕਰਨਾ, ਜੋ ਇੱਛੈ ਸੋਈ ਫਲ ਪਾਵੋ, ਸਗਲ ਮਨੋਰਥ ਮਨ ਹੀ ਮਾਹੇ। ਤੇ ਇਸੇ ਤਰ੍ਹਾਂ ਮਨ ਤੋਂ ਜੋਤ ਸਰੂਪ ਹੈ। ਮਨ ਤਾਂ ਜੋਤ ਸਰੂਪ ਹੈ, ਮਨ ਦਾ ਹੈ ਪ੍ਰਗਾਸ। ਸਗਲ ਜਗਤ ਹੈ ਸ਼ੀਸ਼ਾ ਮਨ ਦਾ, ਸਗਲ ਜਗਤ ਹੈ ਮੂਰਤ ਮਨ ਦੀ। ਸਗਲ ਨਰਕ ਸੁਰਗ ਨਰਕ ਹੈ ਘਾੜਤ ਮਨ ਦੀ, ਸੁਰਗ ਨਰਕ ਹੈ ਮਨ ਹੀ ਮਾਹੇ। ਸੱਚਖੰਡ ਹੁੰਦਾ ਮਨ ਹੀ ਮਾਹੇ। ਨੀਅਤ ਸਾਫ਼ ਹੈ ਤਾਂ ਕੰਮ ਰਾਸ, ਜੀਵਨ ਸਾਰਾ ਮਨ ਦਾ ਪ੍ਰਗਾਸ। ਮਨ ਦੀ ਸ਼ੁੱਧੀ ਲਈ ਸਤਿਗੁਰਾਂ ਨੇ ਸਿਮਰਨ ਦੀ ਅਦੁੱਤੀ ਨੁਕਸਾ ਸਾਨੂੰ ਦੱਸਿਆ ਹੈ। ਜੇ ਮਨੁੱਖ ਸਦਾ ਅਕਾਲ ਪੁਰਖ ਦਾ ਧਿਆਨ ਧਰਦਾ ਹੈ, ਪੂਰਨ ਪਰਮਾਤਮਾ ਦੀ ਵਿਚਾਰ ਕਰਦਾ ਹੈ, ਉਸ ਦਾ ਮਨ ਸ਼ੁੱਧ ਹੋ ਜਾਏਗਾ, ਹਿਰਦਾ ਸ਼ਾਂਤ ਹੋ ਜਾਵੇਗਾ, ਦਿਲੋਂ ਮਨੋਂ ਸੱਚਾ ਸੁੱਚਾ ਹੋਵੇਗਾ। ਉਹ ਸਹਿਜ ਅਵਸਥਾ ਵਿੱਚ ਹੋਵੇਗਾ, ਦੁੱਖ ਸੁੱਖ ਇੱਕ ਸਮਝੇਗਾ, ਇਸ ਲਈ ਸਦਾ ਸੁਖੀ ਹੋਵੇਗਾ। ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ, ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ। ਕਹੋ ਨਾਨਕ ਸੁਨ ਰੇ ਮਨਾ, ਮੁਕਤ ਤਾਹੇ ਤੈ ਜਾਨ। ਸੋ ਇਹ ਤਾਂ ਸੀ ਭਾਈ ਸਾਹਿਬ ਨੇ ਜਿਹੜਾ ਸਾਨੂੰ ਲੇਖ ਦੇ ਵਿੱਚ ਜਿਹੜੇ ਸਾਨੂੰ ਵਿਚਾਰ ਦਿੱਤੇ ਨੇ, ਦੱਸਿਆ ਕਿ ਸਾਡੇ ਜਿਹੜੇ ਵਿਚਾਰ ਨੇ ਕਿ ਅਸੀਂ ਜਿਹੜੀ ਚੀਜ਼ ਨੂੰ ਹਰ ਰੋਜ਼ ਜਿਹੜਾ ਦਿਮਾਗ ਦੇ ਵਿੱਚ, ਮਨ ਦੇ ਵਿੱਚ ਲਿਆਉਂਦੇ ਰਹਿੰਦੇ ਹਾਂ ਤੇ ਇੱਕ ਕਿਸਮ ਦਾ ਉਹ ਅਸੀਂ ਆਪਣੇ ਆਪ ਨੂੰ ਪ੍ਰੋਗਰਾਮ ਕਰਦੇ ਰਹਿੰਦੇ ਹਾਂ। ਤੇ ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਪ੍ਰੋਗਰਾਮ ਕੀਤਾ, ਇਹ ਜਿਹੜਾ ਸਰੀਰ ਹੈ ਉਸੇ ਤਰ੍ਹਾਂ ਦੀਆਂ ਹਰਕਤਾਂ ਜਿਹੜੀਆਂ ਕਰੇਗਾ। ਇੱਥੇ ਮੈਨੂੰ ਯਾਦ ਆ ਗਿਆ, ਇੱਕ ਕੋਈ ਕਥਾਕਾਰ ਸਾਖੀ ਸੁਣਾ ਰਿਹਾ ਸੀ ਕਿ ਕੋਈ ਬੰਦਾ ਕਿਸੇ ਸ਼ਾਹੂਕਾਰ ਤੋਂ ਬਹੁਤ ਦੁਖੀ ਸੀ। ਉਹ ਆਪ ਉਸਨੇ ਸ਼ਾਹੂਕਾਰ ਤੋਂ ਕਰਜ਼ਾ ਨਹੀਂ ਸੀ ਲਿਆ, ਲੋਕਾਂ ਨੇ ਲਿਆ ਸੀ ਤੇ ਉਹ ਕਰਜ਼ਾ ਜਿਹੜਾ ਸੀ ਉਹ ਤੇ ਸੂਦ ਬਹੁਤ ਲੈਂਦਾ ਸੀ ਤੇ ਲੋਕੀ ਬਹੁਤ ਦੁਖੀ ਸਨ। ਉਹਨੇ ਜਦੋਂ ਵੀ ਬੋਲਣਾ ਕਹਿਣਾ, ਜੇ ਕਿਤੇ ਮੇਰਾ ਬੱਸ ਚੱਲੇ ਤਾਂ ਮੈਂ ਤੈਨੂੰ ਮਾਰ ਦਿਆਂ ਇਸ ਬੰਦੇ ਨੂੰ। ਤੇ ਉਹ ਬੰਦਾ ਕਾਫੀ ਦੂਰ ਰਹਿੰਦਾ ਸੀ, ਉਹਨੇ ਕੋਈ ਕਰਜ਼ਾ ਨਹੀਂ ਸੀ ਲਿਆ, ਇਸ ਕਰਕੇ ਉਹਦਾ ਕੋਈ ਵਾਸਤਾ ਨਹੀਂ ਸੀ ਪੈਂਦਾ। ਤੇ ਕਹਿੰਦੇ ਨੇ ਕਿ ਇੱਕ ਦਿਨ ਉਹ ਉੱਥੋਂ ਦੀ ਲੰਘ ਰਿਹਾ ਸੀ ਤੇ ਕਿਸੇ ਗਰੀਬ ਬੰਦੇ ਨੂੰ ਉਹ ਸ਼ਾਹੂਕਾਰ ਤੰਗ ਕਰ ਰਿਹਾ ਸੀ ਤੇ ਉਹਨੂੰ ਐਸਾ ਗੁੱਸਾ ਆਇਆ। ਉਹ ਜਿਹੜਾ ਕਹਿੰਦਾ ਹੁੰਦਾ ਸੀ ਜੇ ਮੇਰਾ ਬੱਸ ਚੱਲੇ ਤਾਂ ਮੈਂ ਇਸ ਨੂੰ ਮਾਰ ਦਿਆਂ, ਬਸ ਉਸ ਦਿਨ ਫਿਰ ਜਿਹੜੀ ਹੈ ਗੁੱਸਾ ਐਸਾ ਚੜਿਆ, ਉਹਨੇ ਵਾਕਈ ਉਸ ਬੰਦੇ ਨੂੰ ਮਾਰ ਦਿੱਤਾ। ਕਿਉਂਕਿ ਉਹ ਜਿਹੜਾ ਮਨ ਹੈ, ਮਨ ਦੇ ਵਿੱਚ ਉਸਨੇ ਇਸ ਚੀਜ਼ ਨੂੰ, ਵਿਚਾਰ ਨੂੰ ਪੱਕੀ ਕਰ ਲਿਆ ਸੀਗਾ ਕਿ ਇਹ ਬੰਦਾ ਜਿਹੜਾ ਹੈ ਮਾਰੇ ਜਾਣ ਦੇ ਹੀ ਯੋਗ ਹੈ। ਤੇ ਉਸ ਵੇਲੇ ਗੁੱਸਾ ਆ ਗਿਆ, ਗੁੱਸੇ ਨੇ ਆਪਣਾ ਕੰਮ ਕਰ ਲਿਆ। ਸੋ ਐਸਾ
ਜਿਹੜੇ ਮਨ ਦੇ ਵਿਚਾਰ ਨੇ, ਇਹ ਜਿਹੜੀਆਂ ਗੱਲਾਂ ਨੇ ਬਹੁਤ ਸਖਤ ਵਿਚਾਰ ਜਿਹੜੇ ਹੈਗੇ ਆ ਗੱਲਾਂ ਨੇ, ਲੱਗਦੀਆਂ ਨੇ, ਤੇ ਪਰ ਜਿਹੜੀ ਹੈ ਸੱਚਾਈ ਹੈ। ਤੇ ਪੁਰਾਣੇ ਸਮੇਂ ਦੇ ਸਿੱਖਾਂ ਨੂੰ ਅਸੀਂ ਦੇਖੀਏ ਤੇ ਕਿਵੇਂ ਉਹ ਜੰਗਲਾਂ ਦੇ ਵਿੱਚ ਰਹਿ ਕੇ ਵੀ ਕਿੰਨੇ ਉਹ ਜਿਹੜੇ ਹੈ ਮਨੋਂ ਸਟਰੋਂਗ ਸਨ, ਤੇ ਸਰੀਰ ਤੌਰ ਤੇ ਵੀ ਜਿਹੜੇ ਸੀ ਰਿਸ਼ਟ ਪੁਸ਼ਟ ਸਨ। ਸਾਨੂੰ ਸਭ ਕੁਝ ਮਿਲ ਰਿਹਾ ਹੈ ਤੇ ਫਿਰ ਵੀ ਸਾਡੀ ਹਾਲਾਤ ਕਿਹੋ ਜਿਹੀ ਹੈ, ਇਹ ਕਿਸੇ ਤੋਂ ਗੁੱਝੀ ਨਹੀਂ। ਤੇ ਆਓ ਚੱਲਦੇ ਹਾਂ, ਅਗਲਾ ਸ਼ਬਦ ਜਿਹੜਾ ਹੈ ਉਹ ਸਰਵਣ ਕਰਦੇ ਹਾਂ। ਧੰਨ ਕਹੋ ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ। ਜਿਤ ਮਿਲ ਹਰ ਪੜਦਾ ਕੱਜਿਆ, ਜਿਤ ਮਿਲ ਹਰ ਪੜਦਾ ਕੱਜਿਆ। ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ। ਜਿਤ ਮਿਲ ਹਰ ਪੜਦਾ ਕੱਜਿਆ, ਜਿਤ ਮਿਲ ਹਰ ਪੜਦਾ ਕੱਜਿਆ। ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਪੰਚੈ ਸ਼ਬਦ ਵਜੇ ਮਤ ਗੁਰਮਤ, ਪੰਚੈ ਸ਼ਬਦ ਵਜੇ ਮਤ ਗੁਰਮਤ, ਪੰਚੈ ਸ਼ਬਦ ਵਜੇ ਮਤ ਗੁਰਮਤ। ਵੱਡ ਭਾਗੀ ਅਨਹਦ ਵਜਿਆ, ਵੱਡ ਭਾਗੀ ਅਨਹਦ ਵਜਿਆ। ਆਨੰਦ ਮੂਲ ਰਾਮ ਸਭ ਦੇਖਿਆ, ਆਨੰਦ ਮੂਲ ਰਾਮ ਸਭ ਦੇਖਿਆ। ਗੁਰ ਸ਼ਬਦੀ ਗੋਬਿੰਦ ਗੱਜਿਆ, ਗੁਰ ਸ਼ਬਦੀ ਗੋਬਿੰਦ ਗੱਜਿਆ। ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ, ਗੁਰ ਸਤਿਗੁਰੂ। ਜਿਤ ਮਿਲ ਹਰ ਪੜਦਾ ਕੱਜਿਆ, ਜਿਤ ਮਿਲ ਹਰ ਪੜਦਾ ਕੱਜਿਆ। ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ, ਸਭ ਧੰਨ ਕਹੋ। ਆਦਿ ਜੁਗਾ ਵੇਸ ਹਰ ਏਕੋ, ਆਦਿ ਜੁਗਾਦ ਵੇਸ ਹਰ ਏਕੋ, ਆਦਿ ਜੁਗਾ ਵੇਸ ਹਰ ਏਕੋ। ਮਤ ਗੁਰਮਤ ਹਰ ਪ੍ਰਭ ਭਜਿਆ,
ਪ੍ਰਭ ਭਜਿਆ ਦੇਵੋ ਦਾਨ ਦਿਆਲ ਪ੍ਰਭੂ ਹਰ ਦੇਵੋ ਦਾਨ ਦਿਆਲ ਪ੍ਰਭੂ ਜਨ ਰਾਖੋ ਹਰ ਪ੍ਰਭ ਲੱਜਿਆ ਜਨ ਰਾਖੋ ਹਰ ਪ੍ਰਭ ਲੱਜਿਆ ਸਭ ਧਨ ਕਹੋ ਸਭ ਧਨ ਕਹੋ ਸਭ ਧਨ ਕਹੋ ਸਭ ਧਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ 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 ਸਭ ਧਨ ਕਹੋ ਸਭ ਧਨ ਕਹੋ ਸਭ ਧਨ ਕਹੋ ਸਭ ਧਨ ਕਹੋ ਗੁਰ ਸਤਿਗੁਰੂ ਗੁਰ ਸਤਿਗੁਰੂ ਗੁਰ ਸਤਿਗੁਰੂ ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕੱਜਿਆ 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 97.3 FM ਤੇ ਆਪ ਜੀ ਸਰਵਨ ਕਰ ਰਹੇ ਹੋ ਕੋਹਿਨੂਰ ਰੇਡੀਓ ਤੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋ ਸਿੱਖ ਵਿਰਸਾ ਤੇ ਸਾਡਾ ਸਾਥ ਹੈ ਪੂਰੇ 11 ਵਜੇ ਤੱਕ ਤੇ 11 ਵਜੇ ਅਸੀਂ ਆਪ ਜੀ ਨੂੰ ਲੈ ਚਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਜਿੱਥੋਂ ਆਪ ਜੀ ਸਿੱਧਾ ਪ੍ਰਸਾਰਨ ਸਰਵਨ ਕਰੋਗੇ ਤੇ ਕੁਝ ਹੀ ਮਿੰਟ ਜਿਹੜੇ ਨੇ 10-12 ਮਿੰਟ ਰਹਿੰਦੇ ਨੇ ਤੇ ਇਸ ਸਮੇਂ ਦੇ ਵਿੱਚ ਅਸੀਂ ਜਿਹੜੀ ਇੱਕ ਨਵੀਂ ਲੜੀ ਜਿਹੜੀ ਆ ਉਹ ਸ਼ੁਰੂ ਕਰਨ ਜਾ ਰਹੇ ਹਾਂ ਤੇ ਉਹ ਹੈ 100 ਸਵਾਲ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਦੇ ਲਿਖੇ ਹੋਏ ਜਿਹੜੇ ਐਸੇ ਸਵਾਲ ਨੇ ਜਿਹੜੇ ਸਾਡੇ ਬੱਚੇ ਬਾਹਰਲੇ ਲੋਕ ਹੋਰ ਕੋਈ ਜਿਹੜਾ ਵੀ ਸਾਨੂੰ ਮਿਲਦਾ ਹੈ ਉਹ ਸਾਨੂੰ ਪੁੱਛਦਾ ਹੈ ਆਮ ਤੇ ਕੁਝ ਜਿਹੜੇ ਸਾਡੇ ਅੰਦਰੂਨੀ ਸਵਾਲ ਨੇ ਜਿਹੜੇ ਕਿ ਕਮਿਊਨਿਟੀ ਦੇ ਅੰਦਰ ਵੀ ਜਿਹੜੀਆਂ ਸੰਗਤਾਂ ਨੇ ਜਾਂ ਕੋਈ ਵੀ ਜਿਹੜਾ ਸਿੱਖ ਧਰਮ ਨੂੰ ਜਾਣਨਾ ਚਾਹੁੰਦਾ ਹੈ ਉਹ ਪੁੱਛਦਾ ਹੈ ਐਸੇ ਉਹਨਾਂ ਨੇ 100 ਸਵਾਲ ਇਕੱਠੇ ਕਰਕੇ ਉਹਨਾਂ ਦੇ ਜਵਾਬ ਲਿਖੇ ਨੇ ਬਹੁਤ ਹੀ ਵਿਦਵਾਨ ਜਿਹੜੇ ਹੋਏ ਨੇ ਪ੍ਰਿੰਸੀਪਲ ਸਤਵੀਰ ਸਿੰਘ ਜੀ ਉਹਨਾਂ ਦੇ ਲਿਖੀ ਹੋਈ ਇਹ 100 ਸਵਾਲ ਕਿਤਾਬ ਹੈ ਜਿਹਨੂੰ ਅਸੀਂ ਲੜੀ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਤੇ ਪਹਿਲਾ ਉਹਨਾਂ ਦਾ ਜਿਹੜਾ ਸਵਾਲ ਹੈ ਉਹ ਉਹਨਾਂ ਨੇ ਖੜਾ ਕੀਤਾ ਹੈ ਜਾਂ ਕਿਸੇ ਨੇ ਪੁੱਛਿਆ ਹੋਏਗਾ ਸਿੱਖ ਦੀ ਉਪਮਾ ਕੀ ਹੈ ਤੇ ਉਹ ਕਹਿੰਦੇ ਨੇ ਕਿ ਸਿੱਖ ਉਹ ਹੈ ਜੋ ਸੱਚ ਦੀ ਭਾਲ ਲਈ ਉੱਠ ਤੁਰਿਆ ਹੈ ਉਹ ਸਿੱਖ ਹੈ ਮੈਂ ਬੱਧੀ ਸੱਚ ਧਰਮਸਾਲ ਹੈ ਗੁਰਸਿੱਖਾਂ ਲਹਿੰਦਾ ਭਾਲ ਕੇ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ੍ਰੀ ਰਾਗ ਦੇ ਵਿੱਚ ਉਚਾਰ ਕੇ ਸਿੱਖ ਦੇ ਅਰਥ ਸੱਚ ਦਾ ਢੰਡਾਊ ਕਰ ਦਿੱਤੇ ਨੇ ਸਿੱਖ ਨੂੰ ਜੋ ਕਿ ਸਿਸ ਧਾਤੂ ਤੋਂ ਨਿਕਲਿਆ ਗਿਣਦੇ ਨੇ ਉਹ ਮੁੱਢੋਂ ਹੀ ਕੁੱਥੇ ਨੇ ਸ਼ਿਸ਼ ਹੋਵੇ ਤਾਂ ਗੁਰੂ ਚਾਹੀਦਾ ਹੈ ਫਿਰ ਸ਼ਿਸ਼ ਨੂੰ ਕਿਸੇ ਗੁਰੂ ਦਾ ਚੇਲਾ ਬਣਨ ਲਈ ਦੌੜ ਭੱਜ ਆਰੰਭ ਹੋ ਜਾਂਦੀ ਹੈ ਸਿੱਖ ਉਹ ਹੀ ਹੈ ਜੋ ਅਕਾਲ ਪੁਰਖ
ਦਸਾਂ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇ ਉਹਨਾਂ ਦੀਆਂ ਸਮੁੱਚੀਆਂ ਸਿੱਖਿਆਵਾਂ ਤੇ ਅਸੂਲਾਂ ਦੇ ਨਿਸ਼ਚਾ ਰੱਖਦਾ ਹੈ। ਉਹ ਕਿਸੇ ਹੋਰ ਮਤਾਂਤਰ ਨੂੰ ਨਹੀਂ ਮੰਨਦਾ। ਗੁਰਸਿੱਖ ਆਨ ਦੇਵ ਸੇਵ ਰਹਿਤ ਹੈ। ਮਹਾਂਕੋਸ਼ ਵਿੱਚ ਲਿਖਿਆ ਹੈ, ਜੋ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ ਤੇ ਟੁਰਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪਣਾ ਧਰਮ ਗ੍ਰੰਥ ਮੰਨਦਾ ਹੈ ਤੇ ਦਸਾਂ ਸਤਿਗੁਰਾਂ ਨੂੰ ਇੱਕੋ ਰੂਪ ਜਾਣਦਾ ਹੈ। ਆਪ ਛੱਡ ਸਦਾ ਰਹਿ ਪਰਣੇ, ਗੁਰ ਬਿਨ ਅਵਰ ਨ ਜਾਣੇ ਕੋਏ। ਕਹੈ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਸ੍ਰੀ ਆਨੰਦ ਸਾਹਿਬ। ਸੋ ਸਿੱਖ ਉਹ ਨਹੀਂ ਜਿਸ ਨੇ ਗੁਰੂ ਧਾਰਨ ਕਰ ਲਿਆ ਹੈ, ਸਗੋਂ ਸਿੱਖ ਉਹ ਹੈ ਜਿਸ ਨੇ ਸੱਤ ਤੇ ਸੱਤਿਆਚਾਰ ਦੇ ਸਰਵਸ਼੍ਰੇਸ਼ਟ ਨੂੰ ਮੰਨ ਲਿਆ ਹੈ। ਇਹ ਉਹਨਾਂ ਨੇ ਜਿਹੜਾ ਸਾਨੂੰ ਪਹਿਲਾ ਜਿਹੜਾ ਹੈ ਪ੍ਰਸ਼ਨ ਸੀ ਉਹਦਾ ਜਿਹੜਾ ਜਵਾਬ ਦਿੱਤਾ ਹੈ ਕਿ ਸਿੱਖ ਦੀ ਉਪਮਾ ਕੀ ਹੈ। ਤੇ ਇਸੇ ਤਰ੍ਹਾਂ ਦੇ ਛੋਟੇ ਛੋਟੇ ਜਿਹੜੇ ਹੈ ਸਵਾਲ ਨੇ ਤੇ ਉਹਨਾਂ ਦੇ ਜਵਾਬ ਦਿੱਤੇ ਨੇ। ਧਰਮ ਕਿਸ ਨੂੰ ਕਹਿੰਦੇ ਨੇ? ਇੱਕੋ ਧਰਮ ਦ੍ਰਿੜੈ ਸੱਚ ਕੋਈ। ਧਰਮ ਇੱਕ ਹੀ ਹੈ, ਸੱਚ ਨੂੰ ਦ੍ਰਿੜ ਕੀਤਾ ਜਾਵੇ, ਜੋ ਕਦੇ ਬਦਲਿਆ ਨਹੀਂ ਤੇ ਨਾ ਹੀ ਸਮੇਂ ਦੇ ਪਏ ਥਪੇੜ ਬਦਲ ਸਕਦੇ ਨੇ। ਤੇ ਸਤਿਗੁਰੂ ਜੀ ਦੀ ਬਾਣੀ ਕਹਿੰਦੀ ਹੈ, ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਤੇ ਉਹ ਸੱਚ ਐਸਾ ਹੈ ਜਿਹੜਾ ਸਦਾ ਲਈ ਰਿਹਾ ਹੈ ਤੇ ਸਦਾ ਰਹੇਗਾ। ਜਦ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲੋਂ ਸਿੱਧਾ ਨੇ ਪੁੱਛਿਆ ਸੀ ਕਿ ਤੁਸੀਂ ਆਪਣਾ ਨਾਮ ਜਪਾਉਣ ਲਈ ਆਏ ਹੋ, ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ ਸੀ, ਨਹੀਂ, ਨਾਮ ਜਪੈ ਗਤ ਪਾਈ ਦਾ ਰਾਹ ਦਰਸਾਉਣ ਲਈ ਆਏ ਹਾਂ। ਭਾਈ ਨੰਦ ਲਾਲ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੂੰ ਇਹ ਹੁਕਮ ਦਿੱਤਾ ਸੀ ਕਿ ਸਿਮਰਨ ਦਾ ਰਾਹ ਇਸ ਜਹਾਨ ਨੂੰ ਵਿਖਾ, ਦੁਨੀਆ ਦਾ ਮੂੰਹ ਮੇਰੇ ਧਿਆਨ ਵੱਲ ਮੋੜ, ਤਾਂ ਕਿ ਸਿਮਰਨ ਤੋਂ ਬਿਨਾਂ ਹੋਰ ਕਿਸੇ ਨੂੰ ਆਪਣਾ ਮਿੱਤਰ ਨਾ ਸਮਝਣ। ਜੋ ਧਰਮ ਹੈ ਵਾਹਿਗੁਰੂ ਵੱਲ ਮੂੰਹ ਰੱਖ। ਸੋ ਧਰਮ ਹੈ ਕਿ ਵਾਹਿਗੁਰੂ ਵੱਲ ਮੂੰਹ ਰੱਖ, ਸਿਮਰਨ ਕਰਦੇ ਸੱਚ ਦੀ ਧਰਮਸਾਲ ਪੁੱਜ ਟਿਕ ਜਾਣਾ ਹੈ। ਰਿਲੀਜਨ ਦੇ ਅੱਖਰੀ ਅਰਥ ਵੀ ਉਸ ਨਾਲ ਜੁੜਨਾ ਹੈ। ਆਕਸਫੋਰਡ ਦੇ ਸ਼ਬਦਕੋਸ਼ ਨੇ ਰਿਲੀਜਨ ਦੇ ਅਰਥ ਇਸ ਤਰ੍ਹਾਂ ਕੀਤੇ ਨੇ, ਅਜਿਹਾ ਗਿਆਨ ਜਾਂ ਵਿਗਿਆਨ ਜੋ ਵਾਹਿਗੁਰੂ ਦੀ ਕੁਦਰਤ, ਉਸ ਦੇ ਗੁਣ ਅਤੇ ਮਨੁੱਖ ਦੇ ਜਗਤ ਦੇ ਨਾਲ ਸੰਬੰਧਾਂ ਨੂੰ ਪ੍ਰਗਟਾਏ। ਪੱਟੀ ਲਿਖੀ ਬਾਣੀ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ 35 ਦੇ ਅੱਖਰ ਸੱਸੈ ਰਾਹੀਂ ਕੁਝ ਐਸੇ ਹੀ ਅਰਥ ਦਰਸਾਏ ਨੇ। ਉਹਨਾਂ ਦਾ ਕਹਿਣਾ ਸੀ ਕਿ ਪਹਿਲਾਂ ਇਹ ਦ੍ਰਿੜ ਕਰਨਾ ਹੈ ਕਿ ਉਹ ਹੈ, ਤੇ ਫਿਰ ਉਸ ਦੀ ਸਾਜੀ ਸ੍ਰਿਸ਼ਟੀ ਤੇ ਕੁਦਰਤ ਨੂੰ ਪੜ੍ਹਨਾ ਹੈ ਤੇ ਉਸ ਦੇ ਹੀ ਸਾਜੇ ਜੀਆਂ ਨੂੰ ਉਸ ਦਾ ਰੂਪ ਜਾਣ ਕੇ ਸੇਵਾ ਕਰਦਿਆਂ ਹੰਕਾਰ ਦਾ ਦਾਅ ਨਾ ਪੈਣ ਦੇਣਾ, ਚਿੱਤ ਲਾਂਭੇ ਨਾ ਜਾਣ ਦੇਣਾ। ਐਸਾ ਪੁਰਸ਼ ਜੀਵਨ ਸਫਲ ਕਰ ਜਾਂਦਾ ਹੈ। ਐਸੇ ਜੀਵਨ ਵਾਲੇ ਨੂੰ ਹੀ ਧਰਮੀ ਕਹਿ ਸਕਦੇ ਹਾਂ। ਸੱਸੈ ਸੋਏ ਸ੍ਰੇਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸੇਵਤ ਰਹਿ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਭਇਆ। ਤੇ ਐਸੀਆਂ ਵਿਚਾਰਾਂ ਜਿਹੜੀਆਂ ਨੇ ਭਾਈ ਪ੍ਰਿੰਸੀਪਲ ਸਤਵੀਰ ਸਿੰਘ ਜੀ ਨੇ ਜਿਹੜੀਆਂ ਲਿਖੀਆਂ ਨੇ, ਉਹ ਅਸੀਂ ਆਉਂਦੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ। ਤੇ ਇਸੇ ਸ਼ਬਦ ਦੇ ਨਾਲ ਅਸੀਂ ਆਪ ਜੀ ਨੂੰ ਛੱਡ ਕੇ ਜਾ ਰਹੇ ਹਾਂ ਤੇ ਦੂਜੇ ਪਾਰ ਅਸੀਂ ਲੈ ਚੱਲਾਂਗੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ। ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਦੀ ਯਾਚਨਾ ਕਰਦੇ ਹੋਏ ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸਭਨਾ ਸਾਹਿਬ ਏਕ ਭਇਆ। ਸਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ। ਸਭਨਾ ਸਾਹਿਬ ਏਕ ਭਇਆ। ਸੇਵਤ ਰਹਿ ਚਿਤ ਜਿਨ ਕਾ
लागा, आया तिनका सफल पिया। मन काहे पूले मूड मना, जब लेखा देवे बीरा तो पढ़िया। ससै सोए श्रेष्ठ जिन साजे, सबना साहिब एक पिया। सबना साहिब एक पिया। ससै सोए श्रेष्ठ जिन साजे, सबना साहिब एक पिया। सबना साहिब एक पिया। ऊड़े उपमाता की जय, जाका अंत न पाया। सेवा करे सोई फल पावे, जिनी सच कमाया। ससै सोए श्रेष्ठ जिन साजे, सबना साहिब एक पिया। सबना साहिब एक पिया। ससै सोए श्रेष्ठ जिन साजे, सबना साहिब एक पिया। सबना साहिब एक पिया। गंगा ज्ञान बुझे जे कोई, पढ़िया पंडित सोई। सर्व जिया में एको जाने, ताहों में कह न कोई। ससै सोए श्रेष्ठ जिन साजे, सबना साहिब एक पिया। सबना साहिब एक पिया। ससै सोए श्रेष्ठ जिन साजे, सबना साहिब एक पिया। सबना साहिब एक पिया। कगै काल सेवक जे कालै, शब्द गुरु कै लाग रहै। बुरा भला जे सम कर जानै, इन विद साहिब रमत रहै। ससै सोए श्रेष्ठ जिन साजे, सबना साहिब एक पिया। सबना साहिब एक पिया। ससै सोए श्रेष्ठ जिन साजे, सबना साहिब एक पिया। सबना साहिब एक पिया। चजै चूर मरो क्या प्राणी, जो किछ देना सो दे रहा। दे दे वेखै हुक्म चला,